ਕਿਹੜੀਆਂ ਭਾਸ਼ਾਵਾਂ ਅਗਮ ਤੁਸੀਂ ਬੋਲ ਲੈਂਦੇ ਹੋ? French, Australian accent, American accent, and British is a language that has many accents. मेरे च ਇਹ ਆ ਕਿ ਮੈਂ ਜਲਦੀ ਕੈਚ ਕਰ ਜਾਂਦੀ ਹਾਂ, ਜਿਵੇਂ ਸਕੂਲ ਵਿੱਚ ਆ ਤਾਂ ਮੈਂ ਹੋਮਵਰਕ ਵੀ ਉਦੋਂ ਕਰਨਾ। ਇਟਸ ਰੀਅਲੀ ਈਜ਼ੀ ਟੂ ਕੈਚ ਫॉर ਮੀ, ਤਾਂ ਉਹ ਈਜ਼ੀ ਆ ਮੇਰੇ ਵਾਸਤੇ। ਤੁਹਾਡੇ ਲਈ ਹੀ ਈਜ਼ੀ ਹੈ ਜਾਂ ਤੁਹਾਨੂੰ ਲੱਗਦਾ ਕਿ ਹਰ ਕੋਈ ਸਿੱਖ ਸਕਦਾ? ਆਈ ਥਿੰਕ ਜਦੋਂ ਜਦੋਂ ਆਪਾਂ ਚਾਹੁੰਦੇ ਆ ਨਾ ਕਿ ਆਪਾਂ ਕੁਝ ਕਰ ਸਕਦੇ ਹਾਂ, ਜਦੋਂ ਆਪਾਂ ਧਾਰ ਲੈਂਦੇ ਹਾਂ ਤਾਂ ਆਪਾਂ ਜ਼ਰੂਰ ਕਰ ਸਕਦੇ ਹਾਂ। ਪੁਆਧੀ ਬੋਲੀ ਜਿਹੜੀ ਹੈਗੀ ਹੈ ਬਹੁਤ ਪਿਆਰੀ ਲੱਗਦੀ ਹੈ, ਇੱਕ ਪਸੰਦ ਬਣ ਜਾਂਦੀ ਨਾ ਬੰਦੇ ਦੀ, ਉਹ ਫਿਰ ਪ੍ਰਭਾਵਿਤ ਕਰਦੀ ਹੈ ਬੰਦੇ ਨੂੰ, ਤੇ ਫਿਰ ਬੰਦਾ ਸਿੱਖਣਾ ਚਾਹੁੰਦਾ ਹੈ। ਤੁਹਾਨੂੰ ਕਦੋਂ ਪਹਿਲੀ ਵਾਰੀ ਲੱਗਿਆ ਕਿ ਮੈਨੂੰ ਇਹ ਪਿਆਰਾ ਲੱਗਿਆ ਐਕਸੈਂਟ, ਜੋ ਅਮਰੀਕਨ ਐਕਸੈਂਟ ਆ ਜਾਂ ਬ੍ਰਿਟਿਸ਼ ਐਕਸੈਂਟ ਹੈ, ਤੁਹਾਨੂੰ ਜਿਹਨਾਂ ਪ੍ਰਭਾਵਿਤ ਜਦੋਂ ਕੀਤਾ ਉਹ ਸਮਾਂ ਕਦੋਂ ਸੀ? ਮੈਂ ਇੱਕ ਵਾਰ ਕੀ ਹੋਇਆ ਕਿ ਇੱਕ ਵਿਲੇਜ, ਇੱਕ ਕਸਬਾ, ਇੱਕ ਗਾਉਂ ਸੀਗਾ, ਤਾਂ ਉੱਥੇ ਜਿਹੜਾ ਹੈ ਮਤਲਬ ਕੋਈ ਵੀ ਕਿਸੇ ਵੀ ਘਰ 'ਚ ਲਾਈਟ ਨਹੀਂ ਸੀ, ਪੂਰੇ ਗਾਉਂ 'ਚ ਇੱਕ ਲਾਈਟ ਨਹੀਂ ਸੀਗੀ ਉੱਥੇ। ਤਾਂ ਸਾਰੇ ਲੋਕਾਂ ਨੂੰ ਪਤਾ ਹੈ ਕਿ ਇੰਨੇ ਸਟੈਪਸ ਨੇ, ਇੰਨੇ ਅਸੀਂ ਚੜ੍ਹਨੇ, ਇੰਨੇ ਇੱਥੇ ਜਾਣਾ, ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ, ਬਿਨਾਂ ਲਾਈਟ ਤੋਂ ਈਜ਼ੀਲੀ ਰਹਿ ਰਹੇ ਸੀਗੇ। Once upon a time there was a village, and in the village there was no light, and the people were easily able to manage that. How did they work? They know that this much step now they have to climb, this much step they have to go up, they have to do it. ਤੁਸੀਂ ਅਮਰੀਕਾ 'ਚ ਜਾ ਕੇ, USA ਜਾ ਕੇ ਕਹੋਗੇ ਨਾ ਕਿ ਆਈ ਵਾਂਟ ਸਮ ਬਿਸਕਿਟਸ, ਤਾਂ ਤੁਹਾਨੂੰ ਮਤਲਬ ਬਿਸਕਿਟਸ ਵਿੱਚ ਕੁਝ ਹੋਰ ਹੀ ਮਿਲੇਗਾ, ਉਹ ਤੁਹਾਨੂੰ ਐਗਜ਼ੈਕਟ ਜੋ ਆਪਾਂ ਚਾਹੁੰਦੇ ਹਾਂ ਉਹ ਨਹੀਂ ਮਿਲੇਗਾ। ਤਾਂ ਅਗਰ ਤੁਸੀਂ ਉੱਥੇ ਜਾ ਕੇ ਕੁਕੀਜ਼ ਕਹਿੰਦੇ ਹੋ ਨਾ, ਤਾਂ ਤੁਹਾਨੂੰ ਉੱਥੇ ਬਿਸਕਿਟਸ ਦਿੱਤੇ ਜਾਣਗੇ। ਪਰ ਜਦੋਂ ਅਸੀਂ ਬਿਲਕੁਲ ਫ੍ਰੈਂਚ 'ਤੇ ਚੱਲ ਜਾਂਦੇ ਹਾਂ ਤਾਂ ਫਿਰ ਤਾਂ ਲੈਂਗੁਏਜ ਹੀ ਚੇਂਜ ਹੋ ਜਾਂਦੀ ਹੈ ਨਾ, ਐਕਸੈਂਟ ਦਾ ਇੱਕ ਪਾਸੇ ਰਿਹਾ। ਉਹ ਤਾਂ ਫੁੱਲ ਲੈਂਗੁਏਜ। ਫ੍ਰੈਂਚ ਨੂੰ ਸਿੱਖਣ ਲਈ ਤੁਹਾਨੂੰ ਕਿੰਨੀ ਮਿਹਨਤ ਕਰਨੀ ਪਈ? ਇੰਗਲਿਸ਼ ਤੇ ਅਮਰੀਕਨ ਐਕਸੈਂਟ ਨੂੰ ਤਾਂ ਕੰਪੇਅਰ ਤੁਸੀਂ ਕਰ ਸਕਦੇ ਸੀ ਈਜ਼ੀਲੀ, ਥੋੜ੍ਹਾ ਸੌਖਾ ਰਿਹਾ ਹੋਏਗਾ। ਪਰ ਜਦੋਂ ਤੁਸੀਂ ਫ੍ਰੈਂਚ ਨੂੰ ਕਰਦੇ ਹੋ ਤਾਂ ਫਿਰ ਤਾਂ ਬਿਲਕੁਲ ਬੇਸਿਕਸ ਤੋਂ ਸਟਾਰਟ ਕੀਤਾ ਹੋਣਾ ਤੁਸੀਂ ਉਹਦੇ ਲਈ, ਲੈਂਗੁਏਜ ਲਈ। ਦੇਖੋ, ਜਿਹੜੀ ਆਪਣੀ ਮਾਂ ਬੋਲੀ ਹੈ ਨਾ, ਉਹਦੇ 'ਚ ਆਪਾਂ ਬੈਸਟ ਹੁੰਦੇ ਹਾਂ, ਉਹਦੇ 'ਚ ਆਪਾਂ ਥੋਟਸ ਨੂੰ ਬੈਸਟ ਤਰੀਕੇ ਨਾਲ ਡਿਲੀਵਰ ਕਰ ਪਾਉਂਦੇ ਹਾਂ। ਜੋ ਮੈਂ ਬਣਨਾ ਚਾਹੁੰਦੀ ਹਾਂ, ਐਕਚੁਅਲੀ ਮੈਂ ਇੱਕ IAS ਆਫਿਸਰ ਬਣਨਾ ਚਾਹੁੰਦੀ ਹਾਂ। ਸਰ, ਸਾਨੂੰ ਬਹੁਤ ਪ੍ਰਾਊਡ ਹੈ ਸਾਡੀ ਬੇਟੀ 'ਤੇ ਕਿ ਅਸੀਂ ਤਾਂ ਸ਼ੁਰੂ ਤੋਂ ਹੀ ਮਤਲਬ ਸਾਡੇ ਰਿਲੇਟਿਵਸ ਵੀ ਜਾਂ ਨੌਨ 'ਚ ਆਪਾਂ ਕਹਿ ਲਈਏ ਕਿ ਬਹੁਤ ਲੋਕਾਂ ਨੇ ਕਿਹਾ ਕਿ ਇੱਕ ਬੇਟਾ ਹੋਣਾ ਬਹੁਤ ਜ਼ਰੂਰੀ ਹੈ, ਬਟ ਸਾਨੂੰ ਸਾਡੀ ਬੇਟੀ ਹੈ, ਸਾਨੂੰ ਇਹਦੇ 'ਤੇ ਬਹੁਤ ਮਾਣ ਹੈ, ਸਾਨੂੰ ਬੇਟੇ ਦੀ ਲੋੜ ਹੀ ਨਹੀਂ। ਤਾਂ ਉਹਨਾਂ ਨੇ ਕਿਹਾ ਕਿ ਅਸੀਂ ਬੱਚੇ ਦਾ ਟੈਸਟ ਲੈਣਾ ਹੈ, ਅਤੇ ਅਸੀਂ ਕਿਹਾ ਮੈਮ ਬੱਚਾ ਪ੍ਰਿਪੇਅਰ ਨਹੀਂ ਹੈਗਾ ਕਿਉਂਕਿ ਪਾਰਟੀ ਅਟੈਂਡ ਕਰਨ ਆਇਆ। ਉਹ ਕਹਿੰਦੇ ਕਿ ਨਹੀਂ, ਮੈਨੂੰ ਬੱਚੇ ਦੀਆਂ ਗੱਲਾਂ ਤੋਂ ਜਿਹੜਾ ਹੈ ਮੈਨੂੰ ਇੱਦਾਂ ਫੀਲ ਹੋਇਆ ਕਿ ਇਹ ਬੱਚਾ ਜਿਹੜਾ ਸਾਡਾ ਟੈਸਟ ਕਲੀਅਰ ਕਰ ਸਕਦਾ, ਅਸੀਂ ਇਹਨੂੰ ਚੈੱਕ ਕਰਨਾ ਹੈ ਵੀ ਇਹ ਕਿੱਥੇ ਸਟੈਂਡ ਕਰਦੀ ਹੈ, ਬਹੁਤ ਅੱਛਾ ਬੋਲਦੀ ਹੈ ਬੇਟੀ ਤੁਹਾਡੀ। ਤਾਂ ਜਦੋਂ ਇਹਦਾ ਟੈਸਟ ਲਿਆ ਅਤੇ ਇਹਨੇ ਉਹ ਸਰ ਕਲੀਅਰ ਕਰ ਲਿਆ ਵਿਦਾਊਟ ਐਨੀ ਪ੍ਰੈਪਰੇਸ਼ਨ। ਤਾਂ ਉਹਨਾਂ ਨੇ ਕਿਹਾ ਕਿ ਮੈਂ ਇਸ ਬੱਚੇ ਨੂੰ ਜਿਹੜਾ ਹੈ ਇੱਥੋਂ ਨਹੀਂ ਜਾਣ ਦੇਣਾ। ਬਟ ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਸਤਨਾਮ ਸਿੰਘ। ਦੋਸਤੋ, ਪੁਰਾਣੇ ਸਮੇਂ ਤੋਂ ਜਦੋਂ ਮਨੁੱਖ ਜੰਗਲਾਂ ਦੇ ਵਿੱਚ ਰਹਿੰਦਾ ਸੀਗਾ, ਉਦੋਂ ਤੋਂ ਹੀ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦੇ ਲਈ ਉਸ ਨੂੰ ਇੱਕ ਭਾਸ਼ਾ ਦੀ ਲੋੜ ਮਹਿਸੂਸ ਹੋਈ। ਉਸ ਸਮੇਂ ਵੀ ਉਸਨੇ ਭਾਵੇਂ ਚਿੰਨ੍ਹਾਂ ਦੀ ਲਿਪੀ ਦੇ ਨਾਲ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨਾ ਸ਼ੁਰੂ ਕੀਤਾ, ਪਰ ਜਿਉਂ-ਜਿਉਂ ਸੱਭਿਅਤਾ, ਮਨੁੱਖੀ ਸੱਭਿਅਤਾ ਡਿਵੈਲਪ ਹੁੰਦੀ ਗਈ, ਉਸ ਦੇ ਨਾਲ ਦੁਨੀਆ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਵੱਖਰੀਆਂ ਜਿਹੜੀਆਂ ਭਾਸ਼ਾਵਾਂ ਸੀ ਉਹ ਡਿਵੈਲਪ ਹੁੰਦੀਆਂ ਗਈਆਂ, ਜਿਸ ਦੇ ਕਰਕੇ ਅੱਜ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ। ਭਾਸ਼ਾਵਾਂ ਦੀਆਂ ਲਿਪੀਆਂ ਅਲੱਗ ਨੇ, ਬੋਲਣ ਦੇ ਤਰੀਕੇ ਅਲੱਗ ਨੇ। ਜੇਕਰ ਭਾਰਤ ਵਿੱਚ ਦੇਖੀਏ ਤਾਂ ਭਾਰਤ ਦੇ ਵਿੱਚ ਵੀ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ। ਭਾਰਤ ਦੇ ਵਿੱਚੋਂ ਵੀ ਜੇਕਰ ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ, ਪੰਜਾਬ ਨੂੰ ਦੇਖੀਏ ਤਾਂ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਪੰਜਾਬੀ ਭਾਸ਼ਾ ਦੀਆਂ ਉਪ ਭਾਸ਼ਾਵਾਂ ਵੀ ਪਾਈਆਂ ਜਾਂਦੀਆਂ ਨੇ। ਸੋ ਅਸੀਂ ਜਿਸ ਖਿੱਤੇ ਦੇ ਵਿੱਚ ਰਹਿੰਦੇ ਹਾਂ, ਅਸੀਂ ਅਕਸਰ ਉਸ ਖਿੱਤੇ ਦੀ ਭਾਸ਼ਾ ਕਿਸ ਤਰ੍ਹਾਂ ਬੋਲੀ ਜਾਂਦੀ ਹੈ, ਉਹਦਾ ਬੋਲਚਾਲ ਦਾ ਤਰੀਕਾ ਕੀ ਹੈ, ਜਾਂ ਕਹਿ ਦਈਏ ਕਿ ਉਸ ਦਾ ਐਕਸੈਂਟ ਕੀ ਹੈ, ਅਸੀਂ ਉਹਨੂੰ ਹੀ ਬੋਲਣ ਦਾ ਯਤਨ ਕਰਦੇ ਹਾਂ। ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਆਪਣੀ ਮਾਤ ਭਾਸ਼ਾ ਤੋਂ ਇਲਾਵਾ ਹੋਰ ਭਾਸ਼ਾਵਾਂ ਵੱਲ ਵੱਧਦੇ ਨੇ, ਉਹਨਾਂ ਦੀ ਜਾਣਕਾਰੀ ਰੱਖਦੇ ਨੇ। ਪਰ ਅੱਜ ਇੱਕ ਪਰਸਨ, ਕਹਿ ਲਈਏ ਇੱਕ ਬੱਚੀ ਅਜਿਹੀ ਹੈ ਜਿਹਨੇ ਆਪਣੀ ਮਾਤ ਭਾਸ਼ਾ ਤੋਂ ਇਲਾਵਾ ਆਪਣੇ ਦੇਸ਼ ਦੀਆਂ ਹੀ ਭਾਸ਼ਾਵਾਂ ਨਹੀਂ, ਸਗੋਂ ਇੰਟਰਨੈਸ਼ਨਲ ਭਾਸ਼ਾਵਾਂ ਜਿਹੜੀਆਂ ਹੈਗੀਆਂ
ਉਹਨਾਂ ਦੇ ਉੱਤੇ ਵੀ ਆਪਣੀ ਕਮਾਂਡ ਬਣਾਈ ਹੈ। ਸੋ ਰੂਬਰੂ ਕਰਵਾਉਂਦੇ ਹਾਂ ਤੁਹਾਨੂੰ। ਸਾਡੇ ਨਾਲ ਹੈ ਅਗਮਪ੍ਰੀਤ ਕੌਰ। ਸਤਿ ਸ਼੍ਰੀ ਅਕਾਲ ਅਗਮ। ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ। ਥੈਂਕ ਯੂ। ਕਿਹੜੀਆਂ ਭਾਸ਼ਾਵਾਂ ਅਗਮ ਤੁਸੀਂ ਬੋਲ ਲੈਂਦੇ ਹੋ? French, Australian accent, American accent, and British is a language that has many accents. ਕਿੰਨੀ ਏਜ ਹੈ ਤੁਹਾਡੀ? ਮੈਂ 10 ਸਾਲਾਂ ਦੀ ਹਾਂ। 10 ਸਾਲ ਦੀ ਹੋ। ਕਦੋਂ ਤੋਂ ਇਹ ਰੁਝਾਨ ਤੁਹਾਡਾ ਇਸ ਪਾਸੇ ਵੱਲ ਵੱਧਦਾ ਹੈ ਕਿ ਤੁਸੀਂ ਐਕਸੈਂਟ ਅਲੱਗ-ਅਲੱਗ ਸਿੱਖਣੇ ਆ? ਇਹ ਮਤਲਬ ਐਕਸੈਂਟਸ ਤਾਂ 2 to 4 years ਹੋ ਚੁੱਕੇ ਆ ਮੈਨੂੰ, ਮਤਲਬ ਕਰਦਿਆਂ ਨੂੰ। ਬਟ ਇੰਗਲਿਸ਼ ਤਾਂ ਅੱਜ ਕੱਲ੍ਹ ਆਪਣੇ ਸਕੂਲਸ ਵਿੱਚ ਇੰਗਲਿਸ਼ ਤਾਂ ਬੇਸਿਕ ਲੈਂਗੁਏਜ ਹੈ ਜਿਹੜੀ ਸਿਖਾਈ ਜਾਂਦੀ, ਆਪਾਂ ਸਕੂਲ ਵਿੱਚ ਬੋਲਣੀ ਵੀ ਹੁੰਦੀ ਆ। ਤਾਂ ਇੰਗਲਿਸ਼ ਦੀ ਆਦਤ ਸੀ ਐਂਡ ਉਸ ਤੋਂ ਬਾਅਦ ਫਿਰ ਲੱਗਿਆ ਕਿ ਇੰਗਲਿਸ਼ ਦੇ ਅੰਦਰ ਕਿੰਨੇ ਐਕਸੈਂਟਸ ਨੇ ਅਲੱਗ-ਅਲੱਗ ਜਗ੍ਹਾ ਤੋਂ, ਤਾਂ ਸਿੱਖਣੇ ਚਾਹੀਦੇ ਹੈ। ਤਾਂ ਮੈਂ ਫਿਰ ਸਿੱਖੇ। ਐਕਸੈਂਟ ਦੇ ਉੱਤੇ ਕੰਮ ਤੁਸੀਂ ਸਟਾਰਟ ਕੀਤਾ। ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇੰਗਲਿਸ਼ ਸਿੱਖਣਾ ਚਾਹੁੰਦੇ ਹੋ ਤਾਂ ਕੋਈ ਮੋਟੀਵੇਟ ਕਰਦਾ ਤੁਹਾਨੂੰ, ਜਾਂ ਤੁਸੀਂ ਆਪਣੇ ਆਪ ਉਸ ਚੀਜ਼ ਨੂੰ ਲੈ ਕੇ ਚੱਲਦੇ ਹੋ ਕਿ ਮੈਂ ਕਰਨਾ ਆ, ਜਾਂ ਕਿਸੇ ਦੀ ਮੋਟੀਵੇਸ਼ਨ ਪਿੱਛੇ ਕੰਮ ਕਰਦੀ ਹੈ? ਹਾਂਜੀ, ਜਿਹੜੇ ਮੇਰੇ ਫਾਦਰ ਨੇ, ਮੇਰੇ ਪਾਪਾ ਨੇ, ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਅਗਮ ਤੇਰੇ 'ਚ ਟੈਲੈਂਟ ਹੈ, ਤੂੰ ਕਰ ਸਕਦੀ ਹੈ। ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਅਗਮ ਤੂੰ YouTube ਤੋਂ ਸਿੱਖ। ਤਾਂ ਉਸ ਤੋਂ ਬਾਅਦ ਫਿਰ ਜਦੋਂ ਆਪਾਂ ਸਿੱਖਣ ਲੱਗਦੇ ਨਾ ਤਾਂ ਔਨਲਾਈਨ ਆਪਾਂ ਨੂੰ ਬਹੁਤ ਸਾਰੀਆਂ ਵੈਬਸਾਈਟਸ ਮਿਲ ਜਾਂਦੀਆਂ ਨੇ, ਜਿਵੇਂ ਕੈਂਬਲੀ ਹੋ ਗਈ। ਮੈਂ ਕੈਂਬਲੀ ਤੋਂ ਬਹੁਤ ਵਾਰ ਐਕਸੈਂਟ ਸਿੱਖੇ ਆ। ਤਾਂ ਕੈਂਬਲੀ ਤੋਂ ਵੀ ਜਦੋਂ ਆਪਾਂ ਲਾਈਵ ਟੂ ਲਾਈਵ ਟਿਊਟਰ ਮਿਲਦੇ ਆ ਤਾਂ ਉਹ ਈਜ਼ੀ ਹੁੰਦਾ ਹੈ। ਇਵਨ ਕਿ ਜਦੋਂ ਆਪਾਂ ਵੀਡੀਓਜ਼ ਤੋਂ ਸਿੱਖਦੇ ਹਾਂ, ਕੈਚ ਕਰਦੇ ਹਾਂ ਨਾ, ਮੇਰੇ 'ਚ ਇਹ ਆ ਕਿ ਮੈਂ ਜਲਦੀ ਕੈਚ ਕਰ ਜਾਂਦੀ ਹਾਂ। ਜਿਵੇਂ ਸਕੂਲ ਵਿੱਚ ਆ ਤਾਂ ਮੈਂ ਹੋਮਵਰਕ ਵੀ ਉਦੋਂ ਕਰਦਾ। ਇਟਸ ਰੀਅਲੀ ਈਜ਼ੀ ਟੂ ਕੈਚ ਫॉर ਮੀ। ਤਾਂ ਉਹ ਈਜ਼ੀ ਆ ਮੇਰੇ ਵਾਸਤੇ। ਤੁਹਾਡੇ ਲਈ ਹੀ ਈਜ਼ੀ ਹੈ ਜਾਂ ਤੁਹਾਨੂੰ ਲੱਗਦਾ ਕਿ ਹਰ ਕੋਈ ਸਿੱਖ ਸਕਦਾ? ਆਈ ਥਿੰਕ ਜਦੋਂ ਜਦੋਂ ਆਪਾਂ ਚਾਹੁੰਦੇ ਆ ਨਾ ਕਿ ਆਪਾਂ ਕੁਝ ਕਰ ਸਕਦੇ ਹਾਂ, ਜਦੋਂ ਆਪਾਂ ਧਾਰ ਲੈਂਦੇ ਹਾਂ ਤਾਂ ਆਪਾਂ ਜ਼ਰੂਰ ਕਰ ਸਕਦੇ ਹਾਂ। ਮੈਂ ਇੱਕ ਮੋਟੀਵੇਸ਼ਨਲ ਸਪੀਕਰ ਹਾਂ, ਤਾਂ ਮੈਂ ਹਮੇਸ਼ਾ ਲੋਕਾਂ ਨੂੰ ਇਹ ਸੁਜੈਸਟ ਕਰਦੀ ਹਾਂ ਕਿ ਅਗਰ ਤੁਸੀਂ ਕੁਝ ਕਰਨਾ ਚਾਹੁੰਦੇ ਹੋ, ਦੇਖੋ ਹੁਣ ਜਿਵੇਂ ਮੇਰੇ ਪਾਪਾ ਨੇ ਮੈਨੂੰ ਕਿਹਾ ਕਿ ਅਮਨ ਤੇਰੇ ਟੈਲੈਂਟ ਹੈ, ਤੂੰ ਕਰ ਸਕਦੀ ਆ। ਅਗਰ ਮੇਰਾ ਖੁਦ ਦਾ ਮਨ ਨਾ ਹੁੰਦਾ ਹੈ ਨਾ, ਮੈਂ ਇੰਨੇ ਅੱਛੀ ਤਰ੍ਹਾਂ ਨਹੀਂ ਸਿੱਖ ਸਕਦੀ ਸੀ। ਜਿਵੇਂ ਮਰਜ਼ੀ ਪ੍ਰੈਸ਼ਰਾਈਜ਼ ਹੋ ਕੇ ਮੈਂ ਸਿੱਖਦੀ, ਬਟ ਹੁਣ ਇੱਥੇ ਮੇਰਾ ਮਨ ਹੈ ਕਿ ਮੈਂ ਕੁਝ ਕਰਨਾ ਚਾਹੁੰਦੀ ਹਾਂ। ਤਾਂ ਆਪਣੇ ਅੰਦਰੋਂ ਉੱਠਦਾ ਹੈ ਨਾ, ਤਾਂ ਉਦੋਂ ਆਪਾਂ ਜ਼ਿਆਦਾ ਬੈਟਰਲੀ ਪਰਫਾਰਮ ਕਰ ਸਕਦੇ ਹਾਂ। ਤਾਂ ਆਈ ਥਿੰਕ ਮੈਂ ਨੇਟਿਵ ਨਹੀਂ ਆ, ਬਟ ਬਹੁਤ ਮਤਲਬ ਇੰਟਰਮੀਡੀਏਟ ਤੋਂ ਤਾਂ ਅਪ ਲੈਵਲ ਹੈ। ਆਈ ਥਿੰਕ ਨੇਟਿਵ ਦਾ ਬੇਸਿਕ ਲੈਵਲ। ਸੋ ਦੈਟਸ ਆਈ ਐਮ। ਜਦੋਂ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਇਹ ਚੀਜ਼ਾਂ ਸਿੱਖਣੀਆਂ ਚਾਹੀਦੀਆਂ, ਐਕਸੈਂਟ ਤੁਹਾਨੂੰ ਵਧੀਆ ਲੱਗਦੇ ਆ, ਤਾਂ ਕਿਹੜੀ ਚੀਜ਼ ਤੋਂ ਤੁਹਾਨੂੰ ਪਤਾ ਲੱਗਦਾ? ਕੁਝ ਅਸੀਂ ਦੇਖਦੇ ਹਾਂ ਕਿ ਟੀਵੀ ਦੇ ਉੱਤੇ ਅੱਜ ਕੱਲ੍ਹ ਬਹੁਤ ਸਾਰੇ ਚੈਨਲ ਆਉਂਦੇ ਆ, ਕਾਰਟੂਨਸ ਆਉਂਦੇ ਆ, ਜਾਂ ਕੁਝ ਹੋਰ ਬ੍ਰਿਟਿਸ਼ ਜਿਹੜੇ ਹੈਗੇ ਆ ਸ਼ੋਜ਼ ਆਉਂਦੇ ਆ, ਨਿਊਜ਼ ਚੈਨਲਸ ਹੈਗੇ ਆ ਜਿਨ੍ਹਾਂ ਦੇ ਵਿੱਚ ਇੰਗਲਿਸ਼ ਚੈਨਲ ਹੈਗੇ ਆ। ਕਿੱਥੋਂ ਤੁਹਾਨੂੰ ਲੱਗਦਾ ਹੈ ਕਿ ਮੈਂ ਕਰ ਸਕਦੀ ਹਾਂ? ਕਿਹੜੀ ਚੀਜ਼ ਤੋਂ? ਕੋਈ ਐਕਟੀਵਿਟੀ ਕੋਈ ਤਾਂ ਇੱਦਾਂ ਦੀ ਤੁਹਾਡੇ ਆਸੇ-ਪਾਸੇ ਕਦੀ ਹੋਈ ਹੋਏਗੀ? ਹਾਂਜੀ, ਅਗਰ ਆਪਾਂ ਐਕਸੈਂਟ ਸਿੱਖਣ ਦੀ ਗੱਲ ਕਰਦੇ ਹਾਂ ਕਿ ਮੈਂ ਕਿਵੇਂ ਸਿੱਖਿਆ, ਤਾਂ YouTube ਵੀਡੀਓਜ਼ ਤੋਂ ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਜਾਂ ਫਿਰ ਮਤਲਬ ਆਪਾਂ ਜਦੋਂ ਕੈਂਬਲੀ ਜਾਂ ਐਵੇਂ ਸਿੱਖੇ ਤਾਂ ਤੁਸੀਂ ਕਿੱਥੋਂ, ਤੁਸੀਂ ਦੱਸ ਦਿੱਤਾ ਕਿ, ਪਰ ਉਹ ਚੇਟਕ ਲੱਗਦੀ ਹੈ ਜਦੋਂ ਤੁਹਾਨੂੰ ਲੱਗਦਾ ਕਿ ਵਾਓ ਐਕਸੈਂਟ ਇਹ ਮੈਂ ਕਰ ਸਕਦੀ ਹਾਂ, ਹੈ ਨਾ? ਇਹ ਐਕਸੈਂਟ ਤੁਹਾਨੂੰ ਚੰਗੇ ਲੱਗਦੇ ਆ। ਅਸੀਂ ਜੇ ਗੱਲ ਕਰੀਏ ਕਿ ਕੁਝ ਲੋਕਾਂ ਨੂੰ ਮਲਵਈ ਖਿੱਤੇ ਦੀ ਜਿਹੜੀ ਬੋਲੀ ਹੈਗੀ ਹੈ ਪੰਜਾਬ ਦੇ ਵਿੱਚ, ਉਹ ਬੋਲਣੀ ਚੰਗੀ ਲੱਗਦੀ ਹੈ। ਕਈ ਲੋਕਾਂ ਨੂੰ ਪੁਆਧੀ ਬੋਲੀ ਜਿਹੜੀ ਹੈਗੀ ਹੈ ਬਹੁਤ ਪਿਆਰੀ ਲੱਗਦੀ ਹੈ, ਇੱਕ ਪਸੰਦ ਬਣ ਜਾਂਦੀ ਨਾ ਬੰਦੇ ਦੀ, ਉਹ ਫਿਰ ਪ੍ਰਭਾਵਿਤ ਕਰਦੀ ਹੈ ਬੰਦੇ ਨੂੰ, ਤੇ ਫਿਰ ਬੰਦਾ ਸਿੱਖਣਾ ਚਾਹੁੰਦਾ ਹੈ। ਤੁਹਾਨੂੰ ਕਦੋਂ ਪਹਿਲੀ ਵਾਰੀ ਲੱਗਿਆ ਕਿ ਮੈਨੂੰ ਇਹ ਪਿਆਰਾ ਲੱਗਿਆ ਐਕਸੈਂਟ, ਜੋ ਅਮਰੀਕਨ ਐਕਸੈਂਟ ਆ ਜਾਂ ਬ੍ਰਿਟਿਸ਼ ਐਕਸੈਂਟ ਹੈ, ਤੁਹਾਨੂੰ ਜਿਹਨਾਂ ਪ੍ਰਭਾਵਿਤ ਜਦੋਂ ਕੀਤਾ ਉਹ ਸਮਾਂ ਕਦੋਂ ਸੀ? ਜਦੋਂ ਆਈ ਥਿੰਕ ਮੈਂ KG ਐਂਡ ਫਸਟ, ਤਾਂ ਉਦੋਂ ਜਿਹੜੇ ਮੇਰੇ ਇੱਕ ਟੀਚਰ ਸੀਗੇ ਉਹ 1 to 2 years ਵਾਸਤੇ ਸਾਨੂੰ ਟੀਚ ਕਰਨ ਵਾਸਤੇ ਕੈਨੇਡਾ ਤੋਂ ਆਏ ਸੀ। ਤਾਂ ਉਹਨਾਂ ਨੇ ਸਾਨੂੰ ਜਦੋਂ ਉਹਨਾਂ ਨੇ ਸਿਖਾਉਣ ਦੀ ਸਾਨੂੰ ਇੰਗਲਿਸ਼ ਕੋਸ਼ਿਸ਼ ਕੀਤੀ, ਤਾਂ ਮੈਂ ਬਹੁਤ ਈਜ਼ੀਲੀ ਤੋਂ ਉਹਨਾਂ ਨੂੰ ਕੈਚ ਕੀਤਾ ਉਹਨਾਂ ਦੀ। ਤਾਂ ਆਈ ਥਿੰਕ ਉਦੋਂ ਮੈਂ ਬਹੁਤ ਜ਼ਿਆਦਾ ਫਲੂਐਂਟਲੀ ਇੰਗਲਿਸ਼ ਬੋਲਣਾ ਸਟਾਰਟ ਕਰਤਾ ਸੀ। ਤਾਂ ਉਸ ਤੋਂ ਬਾਅਦ ਜਿਵੇਂ ਮੈਂ ਦੱਸਿਆ ਕਿ ਪਾਪਾ ਨੇ ਮੈਨੂੰ ਕਿਹਾ ਕਿ ਤੂੰ ਕਰ ਸਕਦੀ ਹੈ, ਤਾਂ ਉਸ ਤੋਂ ਬਾਅਦ ਜਿਹੜਾ ਮੇਰਾ ਫਸਟ ਐਕਸੈਂਟ ਜਿਹੜਾ ਮੈਂ ਸਿੱਖਿਆ ਉਹ ਅਮਰੀਕਨ ਐਕਸੈਂਟ ਸੀ। ਤਾਂ ਉੱਥੋਂ ਲੱਗਿਆ ਕਿ ਹਾਂ, ਜਦੋਂ ਮੈਨੂੰ ਨਹੀਂ ਪਤਾ ਸੀ ਨਾ ਕਿ ਹਾਂ, ਪਹਿਲੇ ਲੱਗਦਾ ਸੀ ਕਿ ਬਹੁਤ ਹਾਰਡ ਹੈ ਜਦੋਂ ਕਿਹਾ ਪਾਪਾ ਨੇ, ਬਟ ਜਦੋਂ ਆਪਾਂ ਕਰਦੇ ਹਾਂ ਨਾ ਕਿਸੇ ਚੀਜ਼ ਨੂੰ, ਫਿਰ ਉਹਦੇ 'ਚ ਮਜ਼ਾ ਆਉਣ ਲੱਗ ਪੈਂਦਾ, ਫਿਰ ਪਤਾ ਹੈ ਕਿ ਉਹ ਈਜ਼ੀ ਹੈ, ਆਪਾਂ ਕਰ ਸਕਦੇ ਹਾਂ। ਤਾਂ ਉੱਥੋਂ ਮੈਂ ਐਕਸੈਂਟ ਸਿੱਖਣੇ ਸਟਾਰਟ ਕੀਤਾ। ਸੋ ਇਸ ਤੋਂ ਪਹਿਲਾਂ ਕਿ ਕੁਝ ਗੱਲਾਂ ਅਸੀਂ ਹੋਰ ਅੱਗੇ ਕਰੀਏ, ਕੁਛ ਇੱਕ ਨਮੂਨਾ ਦਿਖਾਓਗੇ? ਮੈਂ ਚਾਹੁੰਦਾ ਕਿ ਤੁਸੀਂ ਉਹ ਕੁਛ 4 ਲਾਈਨਾਂ ਇਸ ਤਰ੍ਹਾਂ ਦੀ ਲੈ ਲਓ ਕਿ ਪਹਿਲਾਂ ਪੰਜਾਬੀ ਵਿੱਚ ਕਰਕੇ ਉਹਨੂੰ, ਤੇ ਫਿਰ ਅਲੱਗ-ਅਲੱਗ ਐਕਸੈਂਟ ਦੱਸ ਕੇ ਤੁਸੀਂ ਉਹਨੂੰ ਕਰੋ, ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗੇ ਕਿ ਸੇਮ ਲਾਈਨਸ ਜਿਹੜੀਆਂ ਹੈਗੀਆਂ ਤੁਸੀਂ ਇੰਗਲਿਸ਼ ਦੇ ਵਿੱਚ ਕੀ ਬੋਲਿਆ, ਫਰੈਂਚ ਵਿੱਚ ਕੀ ਬੋਲਿਆ, ਜਾਂ ਹੋਰ ਜਿਹੜੇ ਐਕਸੈਂਟ ਤੁਸੀਂ ਕੀਤੇ ਉਹਨਾਂ ਦੇ ਵਿੱਚ ਉਹ ਗੱਲਬਾਤ ਹੋਈ ਕੀ ਹੈ। ਪਹਿਲਾਂ ਪੰਜਾਬੀ ਤੋਂ ਲੈ ਕੇ ਮੁੜ ਕੇ ਸਾਰੇ ਅੱਗੇ ਤੁਸੀਂ। ਓਕੇ, ਚਲੋ ਠੀਕ ਹੈ। ਮੈਂ ਤੁਹਾਨੂੰ ਪਹਿਲੇ ਜਿਹੜੀ ਹੈ ਪੰਜਾਬੀ 'ਚ ਇੱਕ ਮੋਟੀਵੇਸ਼ਨਲ ਜਿਹੜੀ ਸਟੋਰੀ ਸੁਣਾਉਂਦੀ ਹਾਂ, ਐਂਡ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਅਲੱਗ-ਅਲੱਗ ਐਕਸੈਂਟਸ ਦੇ ਅੰਦਰ ਕਨਵਰਟ ਕਰਕੇ ਸੁਣਾਉਂਦੀ ਹਾਂ। ਤਾਂ ਜਿਹੜੀ
ਮੈਂ ਇੱਕ ਵਾਰ ਕੀ ਹੋਇਆ ਕਿ ਇੱਕ ਵਿਲੇਜ ਇੱਕ ਕਸਬਾ ਇੱਕ ਗਾਉਂ ਸੀਗਾ ਤਾਂ ਉੱਥੇ ਜਿਹੜਾ ਹੈ ਮਤਲਬ ਕੋਈ ਵੀ ਕਿਸੇ ਵੀ ਘਰ 'ਚ ਲਾਈਟ ਨਹੀਂ ਸੀ ਪੂਰੇ ਗਾਉਂ 'ਚ ਇੱਕ ਲਾਈਟ ਨਹੀਂ ਸੀਗੀ ਉੱਥੇ ਤਾਂ ਸਾਰੇ ਲੋਕਾਂ ਨੂੰ ਪਤਾ ਹੈ ਕਿ ਇੰਨੇ ਸਟੈਪਸ ਨੇ ਇੰਨੇ ਅਸੀਂ ਚੜ੍ਹਨੇ ਇੰਨੇ ਇੱਥੇ ਜਾਣਾ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ ਬਿਨਾਂ ਲਾਈਟ ਤੋਂ ਈਜ਼ੀਲੀ ਰਹਿ ਰਹੇ ਸੀਗੇ ਤਾਂ ਉਦੋਂ ਕੀ ਹੋਇਆ ਕਿ ਇੱਕ ਘਰ ਜਿਹੜਾ ਉੱਥੇ 100 ਘਰ ਸੀਗੇ ਐਂਡ ਉਹ 100 ਦੇ 100 ਘਰ 100 ਕਿਲੋਮੀਟਰ ਅਵੇ ਸੀਗੇ ਸਿਟੀ ਤੋਂ ਸ਼ਹਿਰ ਤੋਂ ਤਾਂ ਇੱਕ ਬੰਦਾ ਜਾ ਕੇ ਇੱਕ 100 ਘਰਾਂ ਵਿੱਚੋਂ ਇੱਕ ਮਤਲਬ 99 ਘਰ ਰਹੇ ਸੀ ਕਿਉਂਕਿ ਇੱਕ ਘਰ ਜਿਹੜਾ ਜਾ ਕੇ ਹੈ ਉਹ ਬੈਟਰੀ ਵਾਲਾ ਬਲਬ ਜਿਹੜਾ ਉਹ ਲੈ ਆਇਆ ਬਟ ਹੁਣ ਕੀ ਹੁੰਦਾ ਹੈ ਕਿ ਇੱਥੇ ਬਾਕੀ ਸਾਰਿਆਂ ਵਿੱਚ ਜੈਲਸ ਫੈਕਟਰ ਆ ਗਿਆ ਕਿ ਇਹ ਕਿੱਥੋਂ ਲਾਈਟ ਲਿਆਇਆ ਜਦੋਂ ਸਾਡੇ ਕੋਲ ਨਹੀਂ ਆ ਤਾਂ ਇਹਦੇ ਕੋਲ ਕਿਵੇਂ ਆ ਸਕਦੀ ਹੈ ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਉਹਨਾਂ ਕੋਲ 2 ਆਪਸ਼ਨਸ ਬਚਦੀਆਂ ਹੈ ਆਪਣਾ ਜੈਲਸ ਫੈਕਟਰ ਖਤਮ ਕਰਨ ਵਾਸਤੇ ਪਹਿਲੀ ਆਪਸ਼ਨ ਇਹ ਹੈ ਕਿ ਉਹ 99 ਦੇ 99 ਘਰ 99 ਜਾ ਕੇ ਜਿਹੜੇ ਨੇ ਉਹ ਸਿਟੀ ਜਾ ਕੇ ਆਪਣੇ ਵਾਸਤੇ ਬੈਟਰੀ ਬਲਬ ਲੈ ਆਉਣ ਜਾਂ ਆਪਣੀ ਗਾਉਂ 'ਚ ਇਲੈਕਟ੍ਰਿਸਿਟੀ ਕਰਾ ਲੈਣ ਤਾਂ ਬਟ ਦੂਜੀ ਬੀ ਆਪਸ਼ਨ ਇਹ ਹੁੰਦੀ ਹੈ ਉਹਨਾਂ ਕੋਲ ਕਿ ਉਹਦੀ ਲਾਈਟ ਬੁਝਾ ਦੇਣ ਤਾਂ ਆਪਣੀ ਲਾਈਫ ਵਿੱਚ ਵੀ ਐਵੇਂ ਹੁੰਦਾ ਬਹੁਤ ਲੋਕ ਆਪਾਂ ਨੂੰ ਡੀਮੋਟੀਵੇਟ ਕਰਨ ਦੀ ਕੋਸ਼ਿਸ਼ ਕਰਦੇ ਐਕਸਕਿਊਜ਼ ਮੀ ਤਾਂ ਲੋਕ ਜਿਹੜੇ ਕੀ ਕਰਦੇ ਨੇ ਕਿ ਅਗਰ ਅਸੀਂ ਨਹੀਂ ਕਰ ਸਕਦੇ ਤਾਂ ਇਹ ਕਿਵੇਂ ਕਰ ਲੇ ਵੀ ਆਪਾਂ ਨੂੰ ਵੀ ਨਹੀਂ ਕਰਨ ਦੇਣਗੇ ਇਹ ਨਹੀਂ ਵੀ ਅਸੀਂ ਫਿਰ ਤੋਂ ਕੋਸ਼ਿਸ਼ ਕਰੀਏ ਲੋਕਾਂ ਨੂੰ ਇਹ ਹੁੰਦਾ ਕਿ ਸਾਡੇ ਵਾਸਤੇ ਈਜ਼ੀ ਹੈ ਕਿ ਅਸੀਂ ਇਹਨੂੰ ਵੀ ਪਿੱਛੇ ਛੱਡ ਦਈਏ ਵੀ ਅਸੀਂ ਨਹੀਂ ਕਰ ਪਾ ਰਹੇ ਤਾਂ ਵੀ ਸਾਡੇ ਨਾਲ ਹੀ ਰਹੇ ਤਾਂ ਇਹੋ ਜਿਹੀ ਡੀਮੋਟੀਵੇਸ਼ਨ ਆਪਣੀ ਸੁਸਾਇਟੀ ਦੇ ਅੰਦਰ ਹੁੰਦੀ ਆ ਚਲੋ ਹੁਣ ਮੈਂ ਤੁਹਾਨੂੰ ਜਿਹੜੀ ਚੀਜ਼ ਹੈ ਨੋ ਅਮਰੀਕਨ ਐਕਸੈਂਟ ਸੁਣਾਉਂਦੀ ਹਾਂ ਸੋ one time there was a village that was there and sorry once upon a time there was a village and in the village there was no light and the people were easily able to manage that how did they work they know that this much step now they have to climb this much step they have to go up they have to do it but they were easily able to do it and there was nothing hard for them to do it and I was just thinking about how to do it but in 100 houses and they were 100 kilometers away from the city and then one person or one house rang light and battery bulb for the house and what happens that another 99 homes were really afraid of how he can do and the little jealous factor they have and they were thinking that how a person can do if we can do so how he can bring the light how they were really jealous of him so they have only 2 options that they can bring light for their homes or they can issue the electricity for their village but second option was really easy for them to do that they will destroy his electricity or bulb or whatever it so they'll destroy it so that's the thing that in our society same thing happens that I explained ਸੋ ਕੁਛ ਇਹ ਵੀ ਦੱਸ ਦਿਓ ਕਿ ਅਮਰੀਕਨ ਐਕਸੈਂਟ ਤੁਸੀਂ ਹੁਣ ਬੋਲਿਆ ਹੈ ਤੇ ਉਸ ਤੋਂ ਇਲਾਵਾ ਜਦੋਂ ਬ੍ਰਿਟਿਸ਼ ਐਕਸੈਂਟ ਅਸੀਂ ਬੋਲਦੇ ਆ ਫਰਕ ਕੀ ਹੈ ਪਹਿਲਾਂ ਇਹ ਦੱਸ ਦਿਓ ਹਾਂਜੀ ਅਮਰੀਕਨ ਐਂਡ ਬ੍ਰਿਟਿਸ਼ ਦੇ ਅੰਦਰ ਜਿਹੜਾ ਬੇਸਿਕ ਫਰਕ ਹੈ ਉਹ ਹੈ ਕਿ ਅਮਰੀਕਨ ਐਕਸੈਂਟ ਜਦੋਂ ਆਪਾਂ ਬੋਲਦੇ ਆ ਨਾ ਇਹ ਇਹਦੀ ਸਪੈਲਿੰਗ ਦੱਸਦੀ ਆ RHOTIC and ਕਹਿੰਦਾ ਰੋਹਰ ਐਕਸੈਂਟ ਤਾਂ ਇਹ ਇੱਥੇ ਜਿਹੜਾ ਆਰ ਪ੍ਰੋਨਾਂਸੀਏਸ਼ਨ ਹੈ ਇਹਦੀ ਮੇਨ ਪ੍ਰੋਨਾਂਸੀਏਸ਼ਨ ਹੁੰਦੀ ਹੈ ਐਂਡ ਜਦੋਂ ਆਪਾਂ ਬ੍ਰਿਟਿਸ਼ ਬੋਲਦੇ ਆ ਨਾ ਪਹਿਲਾਂ ਇੱਕ ਦੋਵਾਂ ਮਤਲਬ ਐਕਸੈਂਟ ਬੋਲਣ ਦਾ ਜਿਹੜਾ ਰੂਲ ਹੁੰਦਾ ਹੈ ਨਾ ਦੇਖੋ ਅਮਰੀਕਨ ਐਕਸੈਂਟ ਦਾ ਇੱਕ ਹੋਰ ਹੈ ਕਿ ਅਮਰੀਕਨ ਐਕਸੈਂਟ ਬੋਲਣ ਵੇਲੇ ਜਿਵੇਂ ਇੱਕ ਵਰਡ ਦੱਸਿਆ ਡੋਂਟ ਯੂ ਤਾਂ ਅਮਰੀਕਨ ਐਕਸੈਂਟ ਵਿੱਚ ਇਹ ਕੀਤਾ ਜਾਂਦਾ ਹੈ ਕਿ ਡੋਂਟ ਯੂ ਨੂੰ ਡੋਂਚਾ ਬੋਲਿਆ ਜਾਂਦਾ ਹੈ ਕਿ ਜਦੋਂ ਆਪਾਂ 2 ਵਰਡਸ ਨੂੰ ਕੰਬਾਈਨ ਕਰ ਦਿੰਦੇ ਆ ਜਾਂ ਵਰਡਸ ਨੂੰ ਕੰਬਾਈਨ ਕਰਕੇ ਉਹਦਾ ਸੈਂਟੈਂਸ ਨੂੰ ਜਿਹੜਾ ਛੋਟਾ ਕਰ ਦਿੰਦੇ ਆ ਤਾਂ ਸੈਂਟੈਂਸ ਨੂੰ ਛੋਟਾ ਕਰਨ ਵਿੱਚ ਆਪਾਂ ਟਾਈਪ ਆਫ ਅਮਰੀਕਨ ਐਕਸੈਂਟ ਬੋਲਦੇ ਆ ਇਹ ਉਹਦੀ ਲੈਂਗੁਏਜ ਹੋ ਗਈ ਬਟ ਜਦੋਂ ਆਪਾਂ ਐਕਸੈਂਟ ਬੋਲਦੇ ਆ ਉਹਦਾ ਮਤਲਬ ਜਦੋਂ ਆਪਾਂ ਨੇਟਿਵ ਟੱਚ ਦਿੰਦੇ ਆ ਇੱਕ ਜਦੋਂ ਆਪਾਂ ਕਹਿੰਦੇ ਸਪੀਕਿੰਗ ਸਕਿੱਲਸ ਦਾ ਟੱਚ ਦਿੰਦੇ ਆ ਤਾਂ ਉਹ ਬੇਸਿਕਲੀ ਐਕਸੈਂਟ ਹੋ ਜਾਂਦਾ ਹੈ ਜਿਹੜੀ ਬ੍ਰਿਟਿਸ਼ ਹੈ ਉਹਦੇ ਥੋੜ੍ਹਾ ਜਿਹਾ ਪੋਲਾਈਟਲੀ ਨਹੀਂ ਮਤਲਬ ਪੋਲਾਈਟਲੀ ਤਾਂ ਆਪਾਂ ਹਰ ਐਕਸੈਂਟ ਵਿੱਚ ਬੋਲਦੇ ਹਾਂ ਕਿਉਂਕਿ ਨੋਰਮਲ ਲੱਗਦਾ ਹੈ ਵਰਨਾ ਆਪਾਂ ਜਦੋਂ ਹਾਈ ਵੌਇਸ ਵਿੱਚ ਬੋਲਦੇ ਹਾਂ ਤਾਂ ਨੋਰਮਲ ਨਹੀਂ ਲੱਗਦਾ ਤਾਂ ਐਕਸੈਂਟ ਬ੍ਰਿਟਿਸ਼ ਐਕਸੈਂਟ ਵਿੱਚ ਬ੍ਰਿਟਿਸ਼ ਲੈਂਗੁਏਜ ਜਦੋਂ ਆਪਾਂ ਥੋੜ੍ਹਾ ਜਿਹਾ ਬਿਟ ਹਾਰਡਰ ਬਿਟ ਲਾਊਡਰ ਬੋਲਦੇ ਆ ਨਾ ਤਾਂ ਉਦੋਂ ਲੱਗਦਾ ਹੈ ਕਿ ਆਪਾਂ ਬ੍ਰਿਟਿਸ਼ ਬੋਲ ਰਹੇ ਹਾਂ ਸੋ ਦੈਟ ਇਜ਼ ਦੀ ਮਤਲਬ ਇੱਕ ਛੋਟਾ ਜਿਹਾ ਈਜ਼ੀ ਚੀਜ਼ ਹੈ ਜਿਹਦੇ ਨਾਲ ਆਪਾਂ ਕਰ ਸਕਦੇ ਹਾਂ ਕਿ ਆਪਾਂ ਬ੍ਰਿਟਿਸ਼ ਸਿੱਖ ਰਹੇ ਹਾਂ ਇੱਕ ਮੇਨ ਚੀਜ਼ ਹੈ ਜੋ ਬਹੁਤ ਈਜ਼ੀ ਜਿਹਦੇ ਨਾਲ ਆਪਾਂ ਬ੍ਰਿਟਿਸ਼ ਸਿੱਖ ਸਕਦੇ ਹਾਂ ਸੋ ਜਦੋਂ ਤੁਸੀਂ ਬ੍ਰਿਟਿਸ਼ ਲੈਂਗੁਏਜ ਸਿੱਖਦੇ ਹੋ ਤੇ ਬ੍ਰਿਟਿਸ਼ ਐਕਸੈਂਟ ਸਿੱਖਦੇ ਹੋ ਜਾਂ ਅਮਰੀਕਨ ਐਕਸੈਂਟ ਸਿੱਖਦੇ ਹੋ ਉਹਨਾਂ ਵਿੱਚ ਕੁਝ ਵਰਡਸ ਰਹਿੰਦੇ ਨੇ ਜਿਹੜੇ ਵਰਡਸ ਵੀ ਅਲੱਗ ਬੋਲੇ ਜਾਂਦੇ ਆ ਹੈ ਨਾ ਕਿਸੇ ਚੀਜ਼ ਨੂੰ ਅਸੀਂ ਅਮਰੀਕਨ ਇੰਗਲਿਸ਼ ਦੇ ਵਿੱਚ ਕੋਈ ਨਾਂ ਦਿੰਦੇ ਆ ਸੇਮ ਚੀਜ਼ ਨੂੰ ਬ੍ਰਿਟਿਸ਼ ਜਿਹੜੀ ਹੈਗੀ ਆ ਲੈਂਗੁਏਜ ਦੇ ਵਿੱਚ ਇੰਗਲਿਸ਼ ਦੇ ਵਿੱਚ ਕੁਝ ਹੋਰ ਚੀਜ਼ ਕਹਿੰਦੇ ਆ ਸੋ
ਤੁਸੀਂ ਐਕਸੈਂਟ ਤੋਂ ਇਲਾਵਾ ਲੈਂਗੁਏਜ ਦੀ ਕਿੰਨੀ ਸਟੱਡੀ ਕੀਤੀ ਹੈ ਕਿ ਪਿੱਛੇ ਲੈਂਗੁਏਜ ਦੀ ਕਿੰਨੀ ਨੌਲੇਜ ਹੈ ਤੁਹਾਨੂੰ, ਉਹਦੇ ਬਾਰੇ ਵੀ ਕੰਮ ਕੀਤਾ? ਹਾਂਜੀ ਹਾਂਜੀ, ਮਤਲਬ ਬੇਸਿਕਸ ਤਾਂ ਮੈਂ ਮਤਲਬ ਜਦੋਂ ਹੁਣ ਦੇਖੋ ਮੈਂ 10 ਇਅਰਸ ਦੀ ਹਾਂ ਤਾਂ ਮੈਂ ਐਕਸੈਂਟ ਵਿੱਚ ਪਹਿਲੇ ਜ਼ਿਆਦਾ ਧਿਆਨ ਦਿੱਤਾ, ਬਟ ਜਦੋਂ ਆਪਾਂ ਐਕਸੈਂਟ ਸਿੱਖਦੇ ਹਾਂ ਤਾਂ ਆਪਾਂ ਨੂੰ ਬੇਸਿਕ ਲੈਂਗੁਏਜ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ। ਤਾਂ ਇਸ ਵਾਸਤੇ ਮੈਂ ਕੀ ਕੀਤਾ ਕਿ ਮੈਂ ਉਹਦੀ ਬੇਸਿਕ ਨੌਲੇਜ ਲਿੱਤੀ ਪਹਿਲੇ ਤਾਂ ਲੈਂਗੁਏਜ ਦੀ, ਫਿਰ ਮੈਂ ਐਕਸੈਂਟਸ ਉੱਪਰ ਕਨਸੈਂਟਰੇਟ ਕੀਤੇ। ਹੁਣ ਜਦੋਂ ਮੈਂ ਜਿਹੜੇ ਐਕਸੈਂਟ ਸਿੱਖ ਚੁੱਕੀ ਹਾਂ ਤਾਂ ਹੁਣ ਮੈਂ ਉਹਦੀ ਲੈਂਗੁਏਜ ਵਿੱਚ ਕਨਸੈਂਟਰੇਸ਼ਨ ਸਟਾਰਟ ਕਰ ਰਹੀ ਹਾਂ, ਕਿਉਂਕਿ ਮੈਂ ਨਾਲ ਹੋਰ ਲੈਂਗੁਏਜ ਐਂਡ ਐਕਸੈਂਟ ਸਿੱਖ ਰਹੀ ਹਾਂ। ਤਾਂ ਜਿਵੇਂ ਦੇਖੋ ਹੁਣ ਇੱਕ ਐਗਜ਼ਾਮਪਲ ਦਿੰਦੀ ਹਾਂ, ਜਦੋਂ ਤੁਸੀਂ ਅਮਰੀਕਾ 'ਚ ਜਾ ਕੇ USA ਜਾ ਕੇ ਕਹੋਗੇ ਨਾ ਕਿ ਆਈ ਵਾਂਟ ਸਮ ਬਿਸਕਿਟਸ, ਤਾਂ ਤੁਹਾਨੂੰ ਮਤਲਬ ਬਿਸਕਿਟਸ ਵਿੱਚ ਕੁਝ ਹੋਰ ਹੀ ਮਿਲੇਗਾ, ਉਹ ਤੁਹਾਨੂੰ ਐਗਜ਼ੈਕਟ ਜੋ ਆਪਾਂ ਚਾਹੁੰਦੇ ਹਾਂ ਉਹ ਨਹੀਂ ਮਿਲੇਗਾ। ਤਾਂ ਅਗਰ ਤੁਸੀਂ ਉੱਥੇ ਜਾ ਕੇ ਕੁਕੀਜ਼ ਕਹਿੰਦੇ ਹੋ ਨਾ ਤਾਂ ਤੁਹਾਨੂੰ ਉੱਥੇ ਬਿਸਕਿਟਸ ਦਿੱਤੇ ਜਾਣਗੇ, ਬਟ ਜਿਹੜੀ ਬ੍ਰਿਟਿਸ਼ ਹੈ ਉਹਦੇ ਉੱਥੇ ਜਾ ਕੇ ਅਗਰ ਤੁਸੀਂ ਕੁਕੀਜ਼ ਮੰਗੋਗੇ ਤਾਂ ਤੁਹਾਨੂੰ ਬਿਸਕਿਟਸ ਨਹੀਂ ਮਿਲਣਗੇ। ਤੇ ਉੱਥੇ ਮਤਲਬ ਕੁਕੀਜ਼ ਨੂੰ ਹੋਰ ਕੁਝ ਕਿਹਾ, ਮਤਲਬ ਕੁਕੀਜ਼ ਹੋਰ ਕਿਸੇ ਚੀਜ਼ ਵਾਸਤੇ ਯੂਜ਼ ਕੀਤੀਆਂ ਜਾਂਦੀਆਂ ਨੇ, ਬਟ ਬ੍ਰਿਟਿਸ਼ ਵਿੱਚ ਤੁਹਾਨੂੰ ਬਿਸਕਿਟਸ ਕਹਿਣਾ ਪਏਗਾ। ਜਦੋਂ ਤੁਸੀਂ ਇੰਗਲੈਂਡ ਜਾਂਦੇ ਹੋ ਤਾਂ ਤੁਸੀਂ ਬ੍ਰਿਟਿਸ਼ ਵਰਡ ਯੂਜ਼ ਕਰੋਗੇ, USA ਜਾਂਦੇ ਹੋ ਤਾਂ ਤੁਸੀਂ ਵਰਡ ਯੂਜ਼ ਕਰੋਗੇ ਕੁਕੀਜ਼। ਤਾਂ ਐਵੇਂ ਦੇ ਬਹੁਤ ਸਾਰੇ ਡਿਫਰੈਂਟ ਵਰਡਸ ਨੇ। ਜਦੋਂ ਤੁਸੀਂ ਇੰਗਲਿਸ਼ ਲੈਂਗੁਏਜ ਦੀ ਗੱਲ ਕਰਦੇ ਹੋ, ਬ੍ਰਿਟਿਸ਼ ਦੀ ਗੱਲ ਕਰਦੇ ਹੋ, ਵਰਡਸ ਤਾਂ ਅਲੱਗ ਹੈਗੇ ਆ ਪਰ ਬੇਸਡ ਇੰਗਲਿਸ਼ ਦੇ ਉੱਤੇ ਹੀ ਹੈ ਹੈ ਨਾ। ਜਿਹੜੀ ਇੰਗਲਿਸ਼ ਅਸੀਂ ਇੱਥੇ ਸਿੱਖਦੇ ਹਾਂ ਐਕਸੈਂਟ ਕੁਝ ਹੋਰ ਹੈ ਭਾਵੇਂ, ਜਾਂ ਉੱਥੇ ਨੇਟਿਵ ਜਿਹੜੇ ਲੋਕ ਬੋਲਦੇ ਆ ਉਹਦੇ ਵਿੱਚ ਬੜਾ ਫਰਕ ਹੋ ਸਕਦਾ ਹੈ। ਪਰ ਜਦੋਂ ਅਸੀਂ ਬਿਲਕੁਲ ਫ੍ਰੈਂਚ 'ਤੇ ਚੱਲ ਜਾਂਦੇ ਹਾਂ ਤਾਂ ਫਿਰ ਤਾਂ ਲੈਂਗੁਏਜ ਹੀ ਚੇਂਜ ਹੋ ਜਾਂਦੀ ਹੈ ਨਾ, ਐਕਸੈਂਟ ਦਾ ਇੱਕ ਪਾਸੇ ਰਿਹਾ। ਉਹ ਤਾਂ ਫੁੱਲ ਲੈਂਗੁਏਜ ਫ੍ਰੈਂਚ ਨੂੰ ਸਿੱਖਣ ਲਈ ਤੁਹਾਨੂੰ ਕਿੰਨੀ ਮਿਹਨਤ ਕਰਨੀ ਪਈ, ਇੰਗਲਿਸ਼ ਤੇ ਅਮਰੀਕਨ ਐਕਸੈਂਟ ਨੂੰ ਤਾਂ ਕੰਪੇਅਰ ਤੁਸੀਂ ਕਰ ਸਕਦੇ ਸੀ ਈਜ਼ੀਲੀ, ਥੋੜਾ ਸੌਖਾ ਰਿਹਾ ਹੋਏਗਾ। ਪਰ ਜਦੋਂ ਤੁਸੀਂ ਫ੍ਰੈਂਚ ਨੂੰ ਕਰਦੇ ਹੋ ਤਾਂ ਫਿਰ ਤਾਂ ਬਿਲਕੁਲ ਬੇਸਿਕਸ ਤੋਂ ਸਟਾਰਟ ਕੀਤਾ ਹੋਣਾ ਤੁਸੀਂ ਉਹਦੇ ਲਈ, ਲੈਂਗੁਏਜ ਲਈ। ਦੇਖੋ ਜਦੋਂ ਆਪਾਂ ਇੰਗਲਿਸ਼ ਵਿੱਚ ਕਹਿੰਦੇ ਆ ਨਾ ਇਨਫਾਰਮਲ ਫਾਰਮਲ, ਤਾਂ ਜਦੋਂ ਆਪਾਂ ਕਿਸੇ ਵੱਡੇ ਨਾਲ ਗੱਲ ਕਰ ਰਹੇ ਹਾਂ ਤਾਂ ਆਪਾਂ ਨੂੰ ਫ੍ਰੈਂਚ ਵਿੱਚ ਹੋਰ ਵਰਡ ਯੂਜ਼ ਕਰਨੇ ਪਏਗਾ। ਜੇ ਆਪਾਂ ਮਤਲਬ ਆਪਣੇ ਤੋਂ ਯੰਗਰ ਨਾਲ ਜਾਂ ਆਪਣੇ ਏਜ ਨਾਲ ਗੱਲ ਕਰ ਰਹੇ ਹਾਂ ਤਾਂ ਆਪਾਂ ਨੂੰ ਹੋਰ ਵਰਡਸ ਯੂਜ਼ ਕਰਨੇ ਪੈਂਦੇ ਨੇ। ਜੋ ਕਾਮਨ ਸਾਵਾ ਹੈ ਨਾ, ਇਹਦਾ ਮਤਲਬ ਹੈ ਹਾਊ ਆਰ ਯੂ ਇੰਗਲਿਸ਼ ਵਿੱਚ, ਇਹ ਆਪਣੇ ਯੰਗਰ ਜਾਂ ਆਪਣੇ ਏਜ ਨਾਲ ਯੂਜ਼ ਕਰ ਸਕਦੇ ਆ। ਠੀਕ ਹੈ, ਐਵੇਂ ਦੇ ਬਹੁਤ ਸਾਰੀ ਚੀਜ਼ਾਂ ਨੇ ਇਨਫਾਰਮਲ ਫਾਰਮਲ ਆਪਾਂ ਨੂੰ ਸਿੱਖਣੀਆਂ ਪੈਂਦੀਆਂ ਨੇ। ਜਾਂ ਜਿਵੇਂ ਵਰਡ ਹੋ ਗਿਆ ਗੈਰਕਨ, ਮਤਲਬ ਬॉय, ਇਹ ਤਾਂ ਕਾਮਨ ਹੀ ਹੋ ਜਾਏਗਾ। ਹੁਮੇ ਮਤਲਬ ਮੈਨ, ਤਾਂ ਐਵੇਂ ਦੇ ਇਹ ਕੁਝ ਵਰਡਸ ਕਾਮਨ ਵੀ ਹੁੰਦੇ ਨੇ ਐਂਡ ਕੁਝ ਇਨਫਾਰਮਲ ਫਾਰਮਲ ਹੁੰਦੇ ਨੇ। ਜਦੋਂ ਤੁਸੀਂ ਐਕਸੈਂਟ ਸਿੱਖੇ ਤਾਂ ਇਹ ਵੀ ਸਮਝਣ ਦਾ ਯਤਨ ਕੀਤਾ ਕਿ ਇੱਕ ਭਾਸ਼ਾ ਜਦੋਂ ਬਣਦੀ ਹੈ ਤਾਂ ਉਹ ਕਿੱਦਾਂ ਕੰਮ ਕਰਦੀ ਹੈ, ਭਾਸ਼ਾ ਦਾ ਮਤਲਬ ਕੀ ਹੁੰਦਾ ਹੈ, ਲੈਂਗੁਏਜ ਦਾ ਅਰਥ ਕੀ ਹੁੰਦਾ ਹੈ, ਜਾਂ ਤੁਸੀਂ ਲੈਂਗੁਏਜ ਨੂੰ ਇੱਕ ਨੌਲੇਜ ਸਮਝਦੇ ਹੋ ਜਾਂ ਨੌਲੇਜ ਲੈਂਗੁਏਜ ਦੇ ਪਿੱਛੇ ਸਟੈਂਡ ਕਰਦੀ ਹੈ ਤਾਂ ਲੈਂਗੁਏਜ ਨੂੰ ਡਿਲੀਵਰ ਕਰਦੀ ਹੈ? ਇਹਦੇ ਬਾਰੇ ਕੀ ਵਿਚਾਰ ਕੀ ਹੈ ਤੁਹਾਡੇ? ਦੇਖੋ ਜਿਹੜੀ ਲੈਂਗੁਏਜ ਹੈ ਉਹਦੇ ਅੰਦਰ ਅਲੱਗ-ਅਲੱਗ ਵਰਡਸ ਨੇ, ਬਸ ਉਹਨਾਂ ਦੀ ਜਿਵੇਂ ਦੇਖੋ ਮੈਂ ਤੁਹਾਨੂੰ ਦੱਸਿਆ ਹਾਊ ਆਰ ਯੂ ਹੈ ਨਾ, ਉਹਨੂੰ ਆਪਾਂ ਫ੍ਰੈਂਚ ਵਿੱਚ ਕਹਿ ਦਿੰਦੇ ਹਾਂ ਕਾਮਨ ਸਾਵਾ। ਤਾਂ ਹਰ ਚੀਜ਼ ਵਾਸਤੇ ਅਲੱਗ-ਅਲੱਗ ਵਰਡਸ ਬਣਾਏ ਗਏ ਨੇ, ਬਟ ਉਹ ਸਾਰਿਆਂ ਨੂੰ ਅਗਰ ਆਪਾਂ ਇਕੱਠੇ ਕਰਦੇ ਤਾਂ ਹੁੰਦੇ ਤਾਂ ਵਰਡਸ ਨਹੀਂ ਹੈ। ਬਟ ਜਦੋਂ ਆਪਾਂ ਉਹਨੂੰ ਅਲੱਗ-ਅਲੱਗ ਪਾਰਟਸ 'ਚ ਡਿਵਾਈਡ ਕਰ ਦਿੰਦੇ ਆ ਤਾਂ ਉਹਨਾਂ ਦੀ ਮਤਲਬ ਉਹਨਾਂ ਦੇ ਮੀਨਿੰਗ ਆਪਾਂ ਸੇਮ ਕੱਢ ਦਿੰਦੇ ਆ, ਤਾਂ ਉਹ ਡਿਫਰੈਂਟ ਪਲੇਸਿਸ ਦੀ ਡਿਫਰੈਂਟ ਵਰਡਸ ਬਣ ਜਾਂਦੇ ਨੇ, ਡਿਫਰੈਂਟ ਲੈਂਗੁਏਜਸ ਬਣ ਜਾਂਦੀਆਂ। ਪਸੰਦੀਦਾ ਲੈਂਗੁਏਜ ਕਿਹੜੀ ਹੈ ਤੁਹਾਡੀ ਸਭ ਤੋਂ? ਆਈ ਥਿੰਕ ਐਕਸੈਂਟ ਵਿੱਚ ਤਾਂ ਮੈਨੂੰ ਮਤਲਬ ਅਮਰੀਕਨ, ਜਦੋਂ ਮਤਲਬ ਫਸਟ ਐਕਸੈਂਟ ਹੈ ਤਾਂ ਉਹਦੇ ਉੱਤੇ ਜ਼ਿਆਦਾ ਰੁਝਾਨ ਜਾਂਦਾ ਹੈ, ਸਭ ਤੋਂ ਈਜ਼ੀ ਉਹ ਲੱਗਦਾ ਹੈ। ਬਟ ਕੋਈ ਵੀ ਐਕਸੈਂਟ ਜਾਂ ਲੈਂਗੁਏਜ ਔਖੀ ਨਹੀਂ ਹੁੰਦੀ। ਹੁਣ ਦੇਖੋ ਮੈਂ ਤੁਹਾਨੂੰ ਪਹਿਲੀ ਗੱਲ ਇਹ ਕਹੀ ਸੀ ਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਕਰਨ ਜਾਂਦੇ ਆ ਨਾ ਉਦੋਂ ਆਪਾਂ ਨੂੰ ਬਹੁਤ ਈਜ਼ੀ ਲੱਗਦੀ ਹੈ, ਪਰ ਜਦੋਂ ਆਪਾਂ ਦੂਰੋਂ ਦੇਖ ਕੇ ਕਹਿ ਦਿੰਦੇ ਆ ਕਿ ਮੇਰੇ ਤੋਂ ਨਹੀਂ ਹੋਏਗਾ, ਉਹ ਆਪਾਂ ਆਪਣੇ ਆਪ ਨੂੰ ਡੀਮੋਟੀਵੇਟ ਕਰਦੇ ਆ। ਉਹ ਲੈਂਗੁਏਜ ਤੁਹਾਨੂੰ ਕਿਹੜੀ ਲੱਗਦੀ ਜਿਸ 'ਚ ਤੁਹਾਨੂੰ ਲੱਗਦਾ ਕਿ ਥਾਟ ਜਿਹੜੇ ਹੈਗੇ ਤੁਹਾਡੇ ਤੁਸੀਂ ਉਹਨੂੰ ਸਭ ਤੋਂ ਵਧੀਆ ਤਰੀਕੇ ਨਾਲ ਡਿਲੀਵਰ ਕਰ ਪਾਉਂਦੇ ਹੋ? ਦੇਖੋ ਜਿਹੜੀ ਆਪਣੀ ਮਾਂ ਬੋਲੀ ਹੈ ਨਾ ਉਹਦੇ 'ਚ ਆਪਾਂ ਬੈਸਟ ਹੁੰਦੇ ਆ, ਉਹਦੇ 'ਚ ਆਪਾਂ ਥਾਟਸ ਨੂੰ ਬੈਸਟ ਤਰੀਕੇ ਨਾਲ ਡਿਲੀਵਰ ਕਰ ਪਾਉਂਦੇ ਆ। ਬਟ ਹੁਣ ਜਿਵੇਂ ਮੈਂ ਫਲੂਐਂਟ ਆ ਇੰਗਲਿਸ਼ ਵਿੱਚ, ਅਮਰੀਕਨ ਵਿੱਚ, ਬ੍ਰਿਟਿਸ਼ ਵਿੱਚ, ਤਾਂ ਉੱਥੇ ਵੀ ਮੈਂ ਆਪਣੇ ਥਾਟਸ ਨੂੰ ਈਜ਼ੀਲੀ ਡਿਲੀਵਰ ਕਰ ਪਾਉਂਦੀ, ਮੈਨੂੰ ਕੋਈ ਮੁਸ਼ਕਿਲ ਨਹੀਂ ਆਉਂਦੀ ਹੈ। ਜਦੋਂ ਤੁਸੀਂ ਹੋਰ ਲੈਂਗੁਏਜ ਸਿੱਖਦੇ ਹੋ ਤਾਂ ਉਹਨੂੰ ਕੰਪੇਅਰ ਕਰਕੇ ਆਪਣੀ ਮਾਂ ਬੋਲੀ ਨਾਲ ਸਿੱਖਿਆ ਜਾਂਦਾ ਹੈ, ਜਾਂ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਸਿੱਖਣ ਦਾ ਤਰੀਕਾ ਹੋਰ ਹੁੰਦਾ ਹੈ, ਕੰਪੇਅਰ ਕਰਕੇ ਨਹੀਂ ਅਸੀਂ ਚੱਲ ਸਕਦੇ, ਜਾਂ ਫਿਰ ਹਮੇਸ਼ਾ ਜਿਹੜੀ ਤੁਹਾਡੀ ਮਦਰ ਟੰਗ ਹੈਗੀ ਹੈ ਜਾਂ ਮਾਂ ਬੋਲੀ ਹੈਗੀ ਹੈ ਉਹ ਹਮੇਸ਼ਾ ਇੱਕ ਸੋਰਸ ਤੁਹਾਡੇ ਲਈ ਹੁੰਦੀ ਹੈ ਜਿਹਨੂੰ ਕੰਪੇਅਰ ਕਰਕੇ ਤੁਸੀਂ ਦੂਜੀ ਲੈਂਗੁਏਜ ਨਾਲ ਸੈਂਟੈਂਸਸ ਬਣਾਉਣੇ ਸਿੱਖਦੇ ਹੋ, ਜਾਂ ਇੰਗਲਿਸ਼ 'ਤੇ ਕਮਾਂਡ ਤੁਹਾਡੀ ਹੁੰਦੀ ਹੈ ਜਾਂ ਹੋਰ ਲੈਂਗੁਏਜਸ 'ਤੇ ਕਮਾਂਡ ਹੁੰਦੀ? ਦੇਖੋ ਅਗਰ ਮਤਲਬ ਦੇਖੋ ਆਪਣਾ ਜਿਹੜੀ ਆਪਾਂ ਅਗਰ ਕੰਪੈਰੀਜ਼ਨ ਕਰਦੇ ਹਾਂ ਨਾ ਹਰ ਇੱਕ ਲੈਂਗੁਏਜ ਦਾ, ਇੱਕ ਗੱਲ ਆਪਾਂ ਕਹਿੰਦੇ ਹਾਂ ਕਿ ਆਪਾਂ ਇਨਸਾਨਾਂ ਨੂੰ, ਅਗਰ ਮੈਂ ਇੱਕ ਮੋਟੀਵੇਸ਼ਨਲ ਸਪੀਕਰ ਆਉਂਦਾ ਤਾਂ ਹਮੇਸ਼ਾ ਇਹ ਸੁਜੈਸਟ ਗੱਲ ਕਰਦੀ ਹਾਂ ਕਿ ਕਦੇ ਵੀ ਆਪਣੇ ਆਪ ਨੂੰ ਕਿਸੇ ਨਾਲ ਕੰਪੇਅਰ ਨਾ ਕਰੋ। ਇਹ ਸਭ ਤੋਂ ਵੱਡਾ ਜੈਲਸ ਫੈਕਟਰ ਬਣਦਾ ਆਪਣੀ ਜ਼ਿੰਦਗੀ 'ਚ, ਐਂਡ ਇਹ ਆਪਾਂ ਨੂੰ ਬਰਬਾਦ ਕਰਨ ਵਾਸਤੇ ਸਿਰਫ ਇੰਨੀ ਚੀਜ਼ ਕਾਫੀ ਹੁੰਦੀ ਆ। ਨਹੀਂ, ਇੱਕ ਇਨਸਾਨੀ ਗੱਲ ਤਾਂ ਹੋਰ ਹੋ ਗਈ ਨਾ, ਲੈਂਗੁਏਜ 'ਚ ਵੀ ਅਪਲਾਈ ਹੁੰਦੀ ਆ। ਦੇਖੋ ਮੈਂ ਇਹ ਕਹਿ ਰਹੀ ਹਾਂ ਕਿ ਜਦੋਂ ਆਪਾਂ ਇੱਕ ਲੈਂਗੁਏਜ ਨੂੰ ਦੂਜੀ ਲੈਂਗੁਏਜ ਨਾਲ ਕੰਪੇਅਰ ਕਰਦੇ ਆ ਨਾ
ਦੇਖੋ ਕੰਪੈਰੀਜ਼ਨ ਆਪਾਂ ਐਵੇਂ ਕਰ ਦਿੰਦੇ ਹਾਂ ਕਿ ਉਹ ਮੈਨੂੰ ਈਜ਼ੀ ਲੱਗਦੀ, ਔਖੀ ਹੈ, ਉਹ ਅੱਛੀ ਨਹੀਂ ਹੈ। ਕੰਪੈਰੀਜ਼ਨ ਇਸ ਬੇਸ ਤੇ ਕੀਤਾ ਜਾਂਦਾ ਹੈ। ਬਟ ਜਦੋਂ ਆਪਾਂ ਸਿੱਖਣ ਲਈ ਇੱਕ ਲੈਂਗੁਏਜ ਨੂੰ ਦੂਜੀ ਲੈਂਗੁਏਜ ਨਾਲ ਯੂਜ਼ ਕਰਦੇ ਆ ਨਾ, ਤਾਂ ਉਹ ਆਈ ਥਿੰਕ ਜਿਵੇਂ ਆਪਾਂ ਡਿਕਸ਼ਨਰੀ ਯੂਜ਼ ਕਰਦੇ ਹਾਂ ਤਾਂ ਟਾਈਪ ਆਫ ਡਿਕਸ਼ਨਰੀ ਬਣ ਜਾਂਦੀ ਹੈ ਆਪਣੇ ਵਾਸਤੇ, ਕਿ ਆਪਾਂ ਨੂੰ ਇੱਥੇ ਪਤਾ ਹੈ ਕਿ ਉਹਨੂੰ ਕੀ ਕਹਿੰਦੇ ਆ। ਬਟ ਇੱਥੇ ਉਹਨੂੰ ਜਿਵੇਂ ਮੈਂ ਤੁਹਾਨੂੰ ਅਮਰੀਕਨ ਵਿੱਚ ਦੱਸਿਆ ਕਿ ਉਹਨੂੰ ਡੋਂਟ ਯੂ ਨੂੰ ਮੈਂ ਇੰਗਲਿਸ਼ ਸਿੱਖ ਲਈ, ਬਟ ਹੁਣ ਮੈਨੂੰ ਡੋਂਟ ਯੂ ਨੂੰ ਅਮਰੀਕਨ ਵਿੱਚ ਕਿਵੇਂ ਕਹਿਣਾ, ਡੋਂਚਾ, ਤਾਂ ਉਹ ਮੇਰੇ ਵਾਸਤੇ ਇੱਕ ਜਿਹੜੀ ਡਿਕਸ਼ਨਰੀ ਬਣ ਜਾਂਦੀ ਹੈ ਕਿ ਈਜ਼ੀਲੀ ਮੈਂ ਉਹਨੂੰ ਕਰ ਪਾਉਂਦੀ ਹਾਂ। ਵੋਕੈਬਲਰੀ ਲਈ ਕੀ ਕਰਦੇ ਹੋ ਤੁਸੀਂ? ਵੋਕੈਬਲਰੀ ਲਈ ਮਤਲਬ ਜਦੋਂ ਆਪਾਂ ਪ੍ਰੋਨਾਂਸੀਏਸ਼ਨ ਦੇਖਣੀ ਹੈ ਜਾਂ ਮੋਸਟ ਆਫ ਦੀ ਹੋਰ ਨੌਲੇਜ ਲੈਣੀ ਹੈ ਉਸ ਲੈਂਗੁਏਜ ਬਾਰੇ, ਤਾਂ ਉਸ ਟਾਈਮ ਮੈਂ YouTube ਦੱਸਿਆ, ਤੁਹਾਨੂੰ ਕੈਂਬਲੀ ਦੱਸੀ, ਤਾਂ ਹਾਂਜੀ ਇਹਨਾਂ ਚੀਜ਼ਾਂ ਦੇ ਪ੍ਰਯੋਗ ਕਰਦੇ ਹੋ। ਜਦੋਂ ਤੁਸੀਂ ਦੇਖਦੇ ਹੋ ਕਿ ਤੁਹਾਨੂੰ ਸ਼ੌਂਕ ਪੈਦਾ ਹੁੰਦਾ ਹੈ ਕਿ ਤੁਸੀਂ ਵੱਖ-ਵੱਖ ਭਾਸ਼ਾਵਾਂ ਦੇ ਐਕਸੈਂਟ ਸਿੱਖਣੇ ਆ, ਤਾਂ ਇਹ ਸ਼ੌਂਕ ਜਿਹੜਾ ਹੈਗਾ ਇੰਟਰਨੈਸ਼ਨਲ ਲੈਂਗੁਏਜ ਵੱਲ ਹੀ ਜਾਂਦਾ, ਜਾਂ ਫਿਰ ਪੰਜਾਬ ਦੇ ਜਿਹੜੇ ਖਿੱਤਿਆਂ ਦੀਆਂ ਭਾਸ਼ਾਵਾਂ, ਉਪ ਭਾਸ਼ਾਵਾਂ, ਉਹਨਾਂ ਦਾ ਵੀ ਤੁਸੀਂ ਰਿਸਰਚ ਕਰਨਾ ਸਟਾਰਟ ਕੀਤਾ ਹੈ ਕਿ ਤੁਸੀਂ ਬਿਲੋਂਗ ਕਿੱਥੋਂ ਕਰਦੇ ਹੋ? ਦੇਖੋ ਬੇਸਿਕਲੀ ਤਾਂ ਮੈਂ ਅਬੋਹਰ ਤੋਂ ਹਾਂ, ਬਟ ਹੁਣ ਅਸੀਂ ਮੇਰੇ ਮੰਮਾ ਪਾਪਾ ਜਿਹੜੇ ਨੇ ਉਹ ਮੇਰੀ ਸਟੱਡੀਜ਼ ਵਾਸਤੇ ਮੋਹਾਲੀ ਆਏ ਨੇ। ਤੁਸੀਂ ਬਿਲੋਂਗ ਅਬੋਹਰ ਤੋਂ ਕਰਦੇ ਹੋ, ਤਾਂ ਮਾਲਵੇ ਦੀ ਇੱਕ ਆਪਣੀ ਭਾਸ਼ਾ ਹੈ, ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਵੀ ਫਰਕ ਹੈ ਨਾ, ਅਤੇ ਮਾਝੇ ਦੀ ਇੱਕ ਆਪਣੀ ਭਾਸ਼ਾ ਹੈ, ਪੁਆਧੀ ਬੋਲੀ ਆਪਣੀ ਹੈ, ਡੋਗਰੀ। ਇੱਦਾਂ ਵੀ ਕਦੀ ਕੋਸ਼ਿਸ਼ ਕੀਤੀ ਹੈ ਜਿੱਥੇ ਤੁਸੀਂ ਰਹਿ ਰਹੇ ਹੋ ਉਸ ਦੇ ਆਸੇ-ਪਾਸੇ ਕਿਹੜੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ, ਇਸ ਪਾਸੇ ਵੀ ਇੰਟਰਸਟ ਹੈ, ਜਾਂ ਸਿਰਫ ਇੰਟਰਨੈਸ਼ਨਲ ਜਿਹੜੀ ਹੈਗੀ ਲੈਂਗੁਏਜ ਤੁਹਾਨੂੰ ਖਿੱਚਦੀਆਂ ਨੇ? ਦੇਖੋ ਲੈਂਗੁਏਜਸ ਤਾਂ ਮੈਨੂੰ ਹਰ ਇੱਕ ਲੈਂਗੁਏਜ ਸਿੱਖਣਾ ਚਾਹੁੰਦੀ ਹਾਂ। ਇੰਡੀਆ ਦੇ ਅੰਦਰ ਜਿੰਨੀਆਂ ਲੈਂਗੁਏਜ ਕੋਸ਼ਿਸ਼ ਤਾਂ ਇਹ ਹੈ ਕਿ ਸਾਰੀਆਂ ਸਿੱਖ ਪਾਵਾਂ, ਬਟ ਜਿਵੇਂ ਮੇਨ ਜਿਹੜੀਆਂ ਲੈਂਗੁਏਜਸ ਨੇ ਨਾ, ਮੈਂ ਉਹਨਾਂ ਉੱਪਰ ਕੌਨਸਨਟਰੇਟ ਕਰ ਰਹੀ ਹਾਂ। ਜਿਵੇਂ ਸਟੇਟਸ ਦੀ ਲੈਂਗੁਏਜ ਉਹ ਮੇਨ ਮੰਨੀਆਂ ਜਾਂਦੀਆਂ ਨੇ, ਹੈ ਨਾ, ਜਾਂ ਜਿਵੇਂ ਕਿਸੇ ਜਗ੍ਹਾ ਦੀ ਰਾਸ਼ਟਰੀ ਭਾਸ਼ਾ ਜਿਵੇਂ ਆਪਣੀ ਹਿੰਦੀ ਹੈ, ਜਾਂ ਜਿਵੇਂ ਅਮਰੀਕਾ ਦੀ ਆਪਾਂ ਅਮਰੀਕਨ ਐਕਸੈਂਟ ਮਤਲਬ ਮੇਨ ਮੰਨਿਆ ਜਾਂਦਾ ਹੈ। ਤਾਂ ਐਵੇਂ ਦੀਆਂ ਜਿਹੜੀ ਮੇਨ ਲੈਂਗੁਏਜਸ ਨੇ ਮੈਂ ਉਹਨਾਂ ਉੱਪਰ ਕੌਨਸਨਟਰੇਟ ਕਰ ਰਹੀ ਹਾਂ। ਤੁਹਾਡੇ ਪਾਪਾ ਕੀ ਕਰਦੇ ਨੇ? ਮੇਰੇ ਪਾਪਾ ਦਾ ਬਿਜ਼ਨਸ ਹੈ। ਮੰਮੀ? ਮਮਾ ਇੱਕ ਐਸਟ੍ਰੋਲੋਜਰ ਨੇ, ਇੱਕ ਐਡਵੋਕੇਟ ਨੇ, ਐਂਡ ਪਹਿਲੇ ਉਹ 8 ਇਅਰਸ ਨੇ ਜਿਹੜੇ ਇੱਕ ਲੈਕਚਰਰ ਰਹੇ ਨੇ। ਐਂਡ ਜਿਹੜੇ ਮੇਰੇ ਦਾਮਾ ਜੀ ਨੇ ਉਹ ਇੱਕ ਰਿਟਾਇਰਡ ਬੈਂਕ ਮੈਨੇਜਰ ਨੇ, ਐਂਡ ਉਹਨਾਂ ਨੇ ਐਸਟਰੋ ਵਿੱਚ PhD ਕੀਤੀ ਹੈ। ਸੋ ਘਰੋਂ ਸਪੋਰਟ ਮਿਲਦੀ ਹੈ ਪੂਰੀ? ਹਾਂਜੀ ਮੇਰੇ ਜਿਵੇਂ ਮੈਂ ਪਾਪਾ, ਜਿਵੇਂ ਤੁਹਾਨੂੰ ਦੱਸਿਆ ਕਿ ਜਿਹੜੇ ਮੇਰੇ ਸਾਰੀ ਫੈਮਿਲੀ ਹੈ ਉਹ ਮੇਰੀ ਸਟੱਡੀਜ਼ ਵਾਸਤੇ ਜਿਹੜੇ ਨੇ ਮੋਹਾਲੀ ਮੂਵ ਹੋਏ। ਦੇਖੋ ਪਾਪਾ ਜਦੋਂ ਉੱਥੇ ਪੂਰਾ ਟਾਈਮ ਲਗਾਉਂਦੇ ਨੇ ਤਾਂ ਅਫਕੋਰਸ ਉਹਨਾਂ ਦਾ ਬਿਜ਼ਨਸ ਫੁੱਲ ਹੋਏਗਾ। ਉਹਨਾਂ ਨੇ ਸਰ ਮੇਰੇ ਪਿੱਛੇ ਆਪਣਾ ਬਿਜ਼ਨਸ ਵੀ ਅੱਧਾ ਘੱਟ ਕਰਤਾ ਆਪਣਾ ਬਿਜ਼ਨਸ, ਕਿ ਮੈਂ ਆਪਣੀ ਬੱਚੀ ਨੂੰ ਅੱਗੇ ਵਧਾਉਣਾ, ਮੈਂ ਆਪਣੀ ਬੱਚੀ ਨਾਲ ਟਾਈਮ ਸਪੈਂਡ ਕਰਨਾ ਹੈ। ਤਾਂ ਮੇਰੇ ਦਾਮਾ ਜੀ ਨੇ, ਉਹਨਾਂ ਦੀ ਏਜ ਵੀ ਆਪਾਂ ਕਹਿ ਦਿੰਦੇ ਓਲਡ ਏਜ ਨੇ, ਤਾਂ ਸਰ ਮੇਰੇ ਵਾਸਤੇ ਜਿਹੜੇ ਨੇ ਮਤਲਬ ਉਹ ਸਾਡੇ ਤੋਂ ਦੂਰ ਰਹਿੰਦੇ ਨੇ, ਇਕੱਲੇ ਰਹਿਣਾ ਵੀ ਇੱਕ ਓਲਡ ਏਜ ਵਾਸਤੇ ਬਹੁਤ ਔਖਾ। ਤਾਂ ਫਿਰ ਮੇਰੇ ਪਾਪਾ 15 ਡੇਜ਼ ਹਾਫ ਆਫ ਦੀ ਮੰਥ ਹੋਰ ਇਕੱਲੇ ਰਹਿੰਦੇ ਨੇ, ਫਿਰ ਦਾਮਾ ਜੀ ਇਕੱਲੇ ਰਹਿੰਦੇ ਨੇ ਸਰ ਮੇਰੇ ਵਾਸਤੇ। ਤਾਂ ਮੈਨੂੰ ਲੱਗਦਾ ਹੈ ਕਿ ਉਹ ਮੇਰੀ ਬਹੁਤ ਸਪੋਰਟ ਕਰਦੇ ਨੇ, ਤਾਂ ਆਈ ਥਿੰਕ ਉਹਨਾਂ ਨੂੰ ਵੀ ਮੈਂ ਕੁਝ ਬਣ ਕੇ ਦਿਖਾਵਾਂ, ਉਹਨਾਂ ਦੇ ਸੁਪਨੇ ਵੀ ਮੈਂ ਪੂਰੇ ਕਰਾਂ। ਅੱਗੇ ਹੁਣ ਤੁਹਾਡਾ ਗੋਲ ਕੀ ਹੈ ਜਿੰਨਾ ਤੁਸੀਂ ਅਚੀਵ ਕਰ ਲਿਆ? ਕਿਉਂਕਿ ਜ਼ਿੰਦਗੀ ਦੇ ਵਿੱਚ ਕਦੀ ਜਿਹੜੇ ਹੈਗੇ ਆ ਖਤਮ ਨਹੀਂ ਹੁੰਦੀ, ਜ਼ਿੰਦਗੀ ਦੇ ਵਿੱਚ ਕੁਝ ਰੋਜ਼ ਅਸੀਂ ਨਵਾਂ ਸਿੱਖਦੇ ਹਾਂ, ਚੀਜ਼ਾਂ ਸਿੱਖਣੀਆਂ ਚਾਹੁੰਦੇ ਹਾਂ। ਜਿੰਨਾ ਤੁਸੀਂ ਕਰ ਚੁੱਕੇ ਹੋ, ਇਹ ਤੋਂ ਬਾਅਦ ਤੁਸੀਂ ਕਰਨਾ ਕੀ ਚਾਹੁੰਦੇ ਹੋ ਲਾਈਫ ਦੇ ਵਿੱਚ? ਦੇਖੋ ਜੋ ਮੈਂ ਬਣਨਾ ਚਾਹੁੰਦੀ ਹਾਂ, ਐਕਚੁਅਲੀ ਮੈਂ ਇੱਕ IAS ਆਫਿਸਰ ਬਣਨਾ ਚਾਹੁੰਦੀ ਹਾਂ, ਬਟ ਮੈਂ ਆਪਣੀ ਲਾਈਫ ਵਿੱਚ 2 ਗੋਲਸ ਲੈ ਕੇ ਚੱਲਦੀ ਹਾਂ। ਕਿ ਜਦੋਂ ਮੈਂ ਇੱਕ ਮੋਟੀਵੇਸ਼ਨਲ ਸਪੀਕਰ ਹਾਂ ਤਾਂ ਮੈਂ ਹਮੇਸ਼ਾ ਇੱਕ ਚੀਜ਼ ਸੁਜੈਸਟ ਕਰਦੀ ਹਾਂ ਕਿ ਅਗਰ ਆਪਾਂ ਇੱਕ ਜਗ੍ਹਾ 'ਤੇ ਫੇਲ ਹੋ ਜਾਂਦੇ ਉਹਦਾ ਸੈਕਿੰਡ ਟਰਾਈ ਜ਼ਰੂਰ ਕਰਨਾ ਚਾਹੀਦਾ ਹੈ। ਚਾਹੇ ਉਹ ਤੁਸੀਂ ਦੂਜੇ ਬਿਜ਼ਨਸ ਵਿੱਚ ਕਰ ਲਓ, ਦੂਜੀ ਜੌਬ ਵਿੱਚ ਕਰ ਲਓ, ਕਿ ਤੁਹਾਨੂੰ ਹਮੇਸ਼ਾ ਇੱਕ ਨਇਆ ਵੀ, ਅਗਰ ਤੁਸੀਂ ਕਿਸੇ 'ਤੇ ਫੇਲ ਹੋ ਜਾਂਦੇ ਹੋ ਤਾਂ ਤੁਹਾਡੇ ਕੋਲ ਇੱਕ ਨਈ ਆਪਸ਼ਨ ਜ਼ਰੂਰ ਹੋਣੀ ਚਾਹੀਦੀ ਹੈ, ਨਹੀਂ ਤਾਂ ਤੁਹਾਨੂੰ ਫਿਰ ਤੋਂ ਡੀਪਲੀ ਜਾ ਕੇ ਸਟੈਂਡ ਹੋਣਾ ਬਹੁਤ ਔਖਾ ਹੁੰਦਾ। ਸੋ ਮੈਂ ਆਪਣੇ 2 ਗੋਲਸ ਲੈ ਕੇ ਚੱਲਦੀ, ਇੱਕ IAS ਆਫਿਸਰ ਐਂਡ ਜਿਹੜਾ ਹੈ ਇੱਕ ਐਂਕਰ, ਜਿਵੇਂ ਅਜਨਾਮ ਕਸ਼ਯਪ ਲੈਵਲ ਦੀ ਐਂਕਰ। ਤੁਸੀਂ ਇੰਡੀਆ ਦੇ ਵਿੱਚ ਰਹਿ ਕੇ IAS ਬਣਨਾ ਚਾਹੁੰਦੇ ਹੋ, ਹੈ ਨਾ, ਅਤੇ ਤੁਹਾਨੂੰ ਪਿਆਰ ਜਿਹੜਾ ਹੈਗਾ ਜ਼ਿਆਦਾ ਅਮਰੀਕਨ ਐਕਸੈਂਟ ਨਾਲ ਹੈਗਾ, ਤੁਹਾਡਾ ਪਸੰਦੀਦਾ ਅਮਰੀਕਨ ਐਕਸੈਂਟ ਆ। ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚੋਂ, ਕਿਉਂਕਿ ਲੋਕਾਂ ਨੂੰ ਲੱਗਦਾ ਕਿ ਇੱਥੇ ਵਧੀਆ ਜਿਹੜੇ ਹੈਗੇ ਅੱਗੇ ਰੁਜ਼ਗਾਰ, ਉਹਨਾਂ ਦਾ ਫਿਊਚਰ ਵਧੀਆ ਨਹੀਂ ਆ, ਤਾਂ ਹਰ ਬੱਚਾ ਜਿਹੜਾ ਹੈਗਾ ਉਹ ਆਫਟਰ +2 ਜਾਂ ਕੁਝ ਆਪਣੀ ਸਟੱਡੀਜ਼ ਤੋਂ ਬਾਅਦ ਜਾਣਾ ਚਾਹੁੰਦਾ ਬਾਹਰ, ਹੈ ਨਾ, ਅਤੇ ਉਹਦੇ ਲਈ ਆਇਲਸ ਵਗੈਰਾ ਕਰਦੇ ਆ, ਕੋਸ਼ਿਸ਼ ਕਰਦੇ ਆ ਸਿੱਖਣ ਦੀ, ਹੈ ਨਾ, ਕਿਉਂਕਿ ਆਇਲਸ ਇੱਕ ਉਹਨਾਂ ਲਈ ਵੱਡਾ ਜਿਹੜਾ ਹੈਗਾ ਮਸਲਾ ਬਣ ਜਾਂਦਾ ਹੈ, ਉਹਨੂੰ ਕਲੀਅਰ ਕਰਕੇ ਜਾਣਾ। ਜਦੋਂ ਤੁਹਾਡੀ ਤਾਂ ਲੈਂਗੁਏਜ ਦੇ ਉੱਤੇ ਕਮਾਂਡ ਹੈ, ਫਿਰ ਵੀ ਤੁਸੀਂ ਇੰਡੀਆ ਵਿੱਚ ਰਹਿਣਾ ਚਾਹੁੰਦੇ ਹੋ, ਬਾਹਰ ਜਾਣ ਦਾ ਸੁਪਨਾ ਨਹੀਂ ਹੈਗਾ? ਹਾਂਜੀ ਮੈਂ ਚਾਹੁੰਦੀ ਹਾਂ ਕਿ ਇੰਡੀਆ ਦੇ ਅੰਦਰ ਹੀ ਮੈਂ ਕੁਝ ਬਣ ਕੇ ਦਿਖਾਵਾਂ। ਦੇਖੋ ਅਗਰ ਆਪਾਂ ਇੰਡੀਆ ਦੇ ਅੰਦਰ ਕੁਝ ਬਣਦੇ ਆ ਨਾ ਤਾਂ ਆਪਣੇ ਦੇਸ਼ ਦੀ ਫੀਲਿੰਗ ਅਲੱਗ ਹੈ, ਬਾਹਰ ਜਾ ਕੇ ਕੁਝ ਬਣੂਗੀ। ਦੇਖੋ ਅਗਰ ਮੈਂ CNN ਜਾਂ BBC, ਦੇਖੋ ਮੈਂ ਐਂਕਰ ਬਣਨਾ ਚਾਹੁੰਦੀ ਹਾਂ, ਮੈਂ BBC ਜਾ ਕੇ ਬਣ ਸਕਦੀ ਕਿਉਂਕਿ ਮੇਰੇ ਐਕਸੈਂਟ 'ਤੇ ਕਮਾਂਡ ਹੈ, ਬਟ ਮਨ ਨਹੀਂ ਕਰਦਾ ਹਮੇਸ਼ਾ ਕਿ ਮੈਂ ਇੰਡੀਆ 'ਚ ਰਹਿ ਕੇ ਕੁਝ ਬਣਾ। ਸੋ 10 ਸਾਲ ਦੀ ਉਮਰ ਹੈ, ਪਰ ਜਿਹੜੀ ਲੈਂਗੁਏਜ ਦੇ ਉੱਤੇ ਕਮਾਂਡ ਹੈ ਉਹ ਕਾਫੀ ਜ਼ਿਆਦਾ ਵਧੀਆ ਹੈ, ਪੜ੍ਹੇ ਲਿਖਿਆਂ ਨਾਲੋਂ ਵੀ ਕਾਫੀ ਵੱਧ ਹੈ, ਅਤੇ ਉਮੀਦ ਕਰਦੇ ਹਾਂ ਕਿ IAS ਬਣਨਾ ਚਾਹੁੰਦੇ ਨੇ, ਇਹਨਾਂ ਦੇ ਸੁਪਨੇ ਪ੍ਰਮਾਤਮਾ ਪੂਰੇ ਕਰੇ।
ਇਹਨਾਂ ਦੇ ਮਦਰ ਵੀ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਆ ਜਾਓ ਅਗਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕੀ ਸਰ। ਨਾਮ ਹੈ ਮੈਮ ਤੁਹਾਡਾ? ਹਾਂਜੀ, ਗੁਰਸ਼ਰਨ ਕੌਰ ਸਰ। ਤੁਹਾਡੀ ਬੱਚੀ ਇੰਨਾ ਵਧੀਆ ਕਰ ਰਹੀ ਹੈ ਤੇ ਕਿਵੇਂ ਜਿਹਾ ਮਹਿਸੂਸ ਕਰਦੇ ਹੋ? ਸਰ ਸਾਨੂੰ ਬਹੁਤ ਪ੍ਰਾਊਡ ਹੈ ਸਾਡੀ ਬੇਟੀ ਤੇ ਕਿ ਅਸੀਂ ਤਾਂ ਸ਼ੁਰੂ ਤੋਂ ਹੀ ਮਤਲਬ ਸਾਡੇ ਰਿਲੇਟਿਵਸ ਵੀ ਜਾਂ ਨੌਨ ਚ ਆਪਾਂ ਕਹਿ ਲਈਏ ਕਿ ਬਹੁਤ ਲੋਕਾਂ ਨੇ ਕਿਹਾ ਕਿ ਇੱਕ ਬੇਟਾ ਹੋਣਾ ਬਹੁਤ ਜ਼ਰੂਰੀ ਹੈ, ਬਟ ਸਾਨੂੰ ਸਾਡੀ ਬੇਟੀ ਹੈ, ਸਾਨੂੰ ਇਹਦੇ ਤੇ ਬਹੁਤ ਮਾਣ ਹੈ। ਸਾਨੂੰ ਬੇਟੇ ਦੀ ਲੋੜ ਹੀ ਨਹੀਂ, ਕਿਉਂਕਿ ਇਹਦੇ ਵਿੱਚ ਨਾ ਸ਼ੁਰੂ ਤੋਂ ਹੀ ਐਦਾਂ ਦੀਆਂ ਮਤਲਬ ਚੀਜ਼ਾਂ ਰਹੀਆਂ ਨੇ। ਸ਼ੁਰੂ ਤੋਂ ਹੀ ਕਹਿੰਦੀ ਸੀ ਕਿ ਮਮਾ ਮੈਂ ਆਪਣੀ ਕੰਟਰੀ ਲਈ, ਆਪਣੇ ਦੇਸ਼ ਲਈ ਕੁਝ ਕਰਨਾ ਹੈ। ਜਦੋਂ ਇਹ ਛੋਟੀ ਜੀ ਸੀ ਤਾਂ ਫਿਰ ਇਹਦੇ ਪਾਪਾ ਨੇ ਜਿਹੜਾ ਸੀਗਾ ਇਹਨੂੰ ਕਿਹਾ ਕਿ ਅਗਮ ਹਾਂ ਵਾਕਈ ਤੂੰ ਕੈਚ ਕਰਨ ਦੇ ਵਿੱਚ ਬਹੁਤ ਇੰਟੈਲੀਜੈਂਟ ਹੈ, ਹਰ ਇੱਕ ਚੀਜ਼ ਤੂੰ ਬਹੁਤ ਅੱਛੀ ਤਰ੍ਹਾਂ ਕੈਚ ਕਰ ਲੈਂਦੀ ਹੈ, ਤਾਂ ਕਿਉਂ ਨਾ ਰਜੇ ਤੇਰਾ ਅਗਰ ਮਤਲਬ ਇਹਨੂੰ ਦੱਸਿਆ ਗਿਆ ਕਿ IAS ਆਫੀਸਰ ਤੂੰ ਬਣਨਾ ਚਾਹਨੀ ਹੈ, ਕਿਉਂਕਿ 2-2.5 ਸਾਲ ਦੇ 3 ਸਾਲ ਦੇ ਬੱਚੇ ਨੂੰ ਇੰਨੀ ਜ਼ਿਆਦਾ ਨੌਲੇਜ ਨਹੀਂ ਹੁੰਦੀ। ਤਾਂ ਬਟ ਜਦੋਂ ਇਹਨੂੰ ਦੱਸਿਆ ਗਿਆ ਕਿ ਆਪਾਂ ਦੇਸ਼ ਦੀ ਖਾਤਰ ਕੁਝ ਕਰਨਾ, ਤਾਂ ਇਹਨੇ ਕਿਹਾ, ਇਹਨੇ ਧਾਰ ਲਿਆ ਉਦੋਂ ਹੀ ਕਿ ਹਾਂਜੀ ਪਾਪਾ ਮੈਂ ਜਿਹੜਾ ਹਾਂ IAS ਆਫੀਸਰ ਬਣਨਾ ਚਾਹਨੀ ਹਾਂ। ਸੋ ਇਸ ਦੇ ਲਈ ਇਹ ਆਲਰੇਡੀ ਅਸੀਂ ਅਬੋਹਰ ਦੇ ਵਿੱਚ DPS ਦੇ ਵਿੱਚ ਇਹਨੂੰ ਜਿਹੜਾ ਸੀ ਸਟੱਡੀ ਕਰਵਾ ਰਹੇ ਸੀ, ਬਟ ਇਹਦੀ ਗਰੋ ਅੱਛੀ ਹੋਰ ਕਰਨ ਦੇ ਲਈ ਅਸੀਂ ਜਿਹੜਾ ਹਾਂ ਮੋਹਾਲੀ ਸ਼ਿਫਟ ਹੋਏ ਹਾਂ, ਮੂਵ ਹੋਏ ਹਾਂ, ਤਾਂ ਜੋ ਕਿ ਬੱਚਾ ਜਿਹੜਾ ਹੈ ਹੋਰ ਜ਼ਿਆਦਾ ਅੱਛਾ ਮਤਲਬ ਨੌਲੇਜ ਗੇਨ ਕਰ ਸਕੇ ਔਰ ਦੇਸ਼ ਦੇ ਲਈ ਜਿਹੜਾ ਕੁਝ ਕਰ ਸਕੇ। ਤੁਸੀਂ ਆਪ ਐਡਵੋਕੇਟ ਹੋ? ਹਾਂਜੀ ਸਰ। MPhil ਵੀ ਕੀਤੀ ਹੈ ਤੁਸੀਂ, ਹੈ ਹਾਂਜੀ ਨਾ, ਸਰ। ਤੇ B.Ed ਵੀ ਕੀਤੀ ਹੋਈ ਹੈ। ਹਾਂਜੀ। ਬੱਚੀ ਦੇ ਸੋਚਣ ਤੋਂ ਪਹਿਲਾਂ ਤੁਹਾਡੇ ਵੀ ਕੁਝ ਮਾਈਂਡ ਵਿੱਚ ਸੀਗਾ ਕਿ ਮੇਰੀ ਬੇਟੀ ਇੱਦਾਂ ਬਣੇ ਜਾਂ ਕੁਝ? ਬਿਲਕੁਲ ਸਰ, ਹਰ ਇੱਕ ਪੇਰੈਂਟਸ ਚਾਹੁੰਦਾ ਹੈ ਕਿ ਸਾਡਾ ਬੱਚਾ ਜਿਹੜਾ ਹੈ ਆਪਣੇ ਪੈਰਾਂ ਤੇ ਸਟੈਂਡ ਹੋਏ ਔਰ ਕੁਝ ਬਣ ਕੇ ਦਿਖਾਏ। ਸੋ ਸਾਨੂੰ ਇਹ ਹੈ ਕਿ ਇਹ ਗੋਡ ਗਿਫਟਿਡ ਬੱਚਾ ਹੈ, ਜੋ ਵੀ ਇਹਨੂੰ ਸੁਣਦਾ ਹੈ, ਦੇਖਦਾ ਹੈ, ਤਾਂ ਉਹ ਸਾਨੂੰ ਆ ਕੇ ਮੈਸੇਜ ਥਰੂ ਵੀ ਸਾਨੂੰ ਆਉਂਦੇ ਹੈ ਜਾਂ ਵੈਸੇ ਵਿਜ਼ਿਟ ਕਰਦੇ ਆ ਸਾਡੇ ਕੋਲ, ਜਾਂ ਮੈਂ ਐਸਟ੍ਰੋਲੋਜਰ ਆ ਜਿੱਦਾਂ, ਤਾਂ ਕਲਾਇੰਟਸ ਵੀ ਮੇਰੇ ਕੋਲ ਆਉਂਦੇ ਆ ਤਾਂ ਕਹਿੰਦੇ ਕਿ ਵਾਕਈ ਮੈਮ ਤੁਹਾਡਾ ਬੱਚਾ ਜਿਹੜਾ ਹੈ ਕੁਝ ਬਣੇਗਾ। ਔਰ ਸਾਨੂੰ ਹੈ ਕਿ ਜਿੱਦਾਂ ਇਹਦਾ ਏਮ ਹੈ ਕਿ ਮੈਂ IAS ਆਫੀਸਰ ਬਣਨਾ ਹੈ, ਤਾਂ ਇੱਕ ਦਿਨ ਜਿਹੜਾ ਜ਼ਰੂਰ IAS ਆਫੀਸਰ ਬਣੇਗੀ। ਸੋ ਸਭ ਦੀਆਂ ਬਲੈਸਿੰਗਸ ਦੇ ਨਾਲ ਸਾਨੂੰ ਇਹ ਹੈ ਕਿ ਇਹ ਦੇਸ਼ ਦਾ ਨਾਮ ਜਿਹੜਾ ਇਹ ਰੋਸ਼ਨ ਕਰੇ, ਆਪਣੀ ਫੈਮਿਲੀ ਦਾ ਨਾਮ ਰੋਸ਼ਨ ਕਰੇ। ਜਦੋਂ ਬੱਚੇ ਇਦਾਂ ਦੇ ਹੋਣ, ਇੰਟੈਲੀਜੈਂਟ ਹੋਣ, ਹਾਂਜੀ। ਵਧੀਆ ਉਹਨਾਂ ਦੀ ਕਮਾਂਡ, ਜਿੱਦਾਂ ਇਹਦੀ ਲੈਂਗੁਏਜ ਦੇ ਉੱਤੇ ਅਗਮ ਦੀ ਕਮਾਂਡ ਹੈਗੀ ਹੈ, ਹਾਂਜੀ। ਤਾਂ ਫਿਰ ਬਹੁਤ ਸਾਰੀ ਜਿਹੜੀਆਂ ਸੰਸਥਾਵਾਂ ਹੁੰਦੀਆਂ, ਸਕੂਲਸ ਹੁੰਦੇ ਆ, ਉਹ ਅਪਰੋਚ ਕਰਦੇ ਆ ਕਿ ਇਹ ਬੱਚਾ ਸਾਡੇ ਸਕੂਲ 'ਚ ਆ ਜਾਏ। ਹਾਂਜੀ ਸਰ। ਕਦੀ ਤੁਹਾਨੂੰ ਇਦਾਂ ਫਿਰ ਕਿਸੇ ਸਕੂਲ ਨੇ ਕਿਹਾ ਕਿ ਕਿਉਂਕਿ ਠੀਕ ਹੈ ਬੱਚੇ ਨੇ ਮਿਹਨਤ ਕੀਤੀ ਹੈ ਤਾਂ ਉਸ ਦਾ ਮੁੱਲ ਉਹਨੂੰ ਮਿਲਣਾ ਚਾਹੀਦਾ? ਹਾਂਜੀ। ਕਦੀ ਇਦਾਂ ਨਹੀਂ ਹੋਇਆ ਕਿ ਫਿਰ ਸਕੂਲਸ ਇਦਾਂ ਕਹਿੰਦੇ ਹੁਣ ਕਿ ਅਸੀਂ ਬੱਚੇ ਦੀ ਸਾਰੀ ਫੀਸ ਮਾਫ ਕਰਦੇ ਹਾਂ, ਨਹੀਂ ਤੁਸੀਂ ਸਰ। ਸਾਡੇ ਸਕੂਲ 'ਚ ਭੇਜੋ ਬੱਚਾ? ਹਨ ਨਹੀਂ, ਐਦਾਂ ਦੀ ਤਾਂ ਕੋਈ ਗੱਲ ਨਹੀਂ, ਬਟ ਅਸੀਂ ਨਾ ਇੱਕ ਵਾਰ ਜਦੋਂ ਅਸੀਂ ਇੱਥੇ ਮੋਹਾਲੀ ਸਾਨੂੰ ਮੈਰੀ ਸੀ, ਅਸੀਂ ਅਟੈਂਡ ਕਰਨ ਆਏ, ਤਾਂ ਉਸ ਟਾਈਮ ਤੇ ਅਸੀਂ ਮਾਨਵ ਰਚਨਾ ਇੰਟਰਨੈਸ਼ਨਲ ਸਕੂਲ 82 ਸੈਕਟਰ ਦੇ ਵਿੱਚ ਹੈ, ਉਹਦਾ ਅਸੀਂ ਬਹੁਤ ਨਾਮ ਸੁਣਿਆ ਸੀਗਾ, ਤਾਂ ਸਾਨੂੰ ਇਹ ਸੀਗਾ ਕਿ ਅਸੀਂ ਮੂਵ ਕਰਨਾ ਤਾਂ ਹੈ ਹੀ, ਤੇ ਕਿਉਂ ਨਾ ਸਕੂਲ ਦੇਖ ਕੇ ਵੀ ਜਾਇਆ ਜਾਏ। ਤਾਂ ਅਸੀਂ ਫੰਕਸ਼ਨ ਅਟੈਂਡ ਕਰਨ ਆਏ ਸੀ, ਤੇ ਜਦੋਂ ਅਸੀਂ ਉਹ ਸਕੂਲ ਗਏ ਮਾਨਵ ਰਚਨਾ ਇੰਟਰਨੈਸ਼ਨਲ, ਤਾਂ ਉੱਥੇ ਫਿਰ ਮੈਮ ਨੇ, ਜਦੋਂ ਇਹਨਾਂ ਦੋਨਾਂ ਦੀ ਪ੍ਰਿੰਸੀਪਲ ਮੈਮ ਦੀ ਤੇ ਅਗਮ ਦੀ ਕਨਵਰਸੇਸ਼ਨ ਹੋਈ, ਤਾਂ ਉਹਨਾਂ ਨੇ ਕਿਹਾ ਕਿ ਅਸੀਂ ਬੱਚੇ ਦਾ ਟੈਸਟ ਲੈਣਾ ਹੈ। ਤੇ ਅਸੀਂ ਕਿਹਾ ਮੈਮ ਬੱਚਾ ਪ੍ਰਿਪੇਅਰ ਨਹੀਂ ਹੈਗਾ ਕਿਉਂਕਿ ਪਾਰਟੀ ਅਟੈਂਡ ਕਰਨ ਆਇਆ। ਉਹ ਕਹਿੰਦੇ ਕਿ ਨਹੀਂ, ਮੈਨੂੰ ਬੱਚੇ ਦੀਆਂ ਗੱਲਾਂ ਤੋਂ ਜਿਹੜਾ ਹੈ ਮੈਨੂੰ ਐਦਾਂ ਫੀਲ ਹੋਇਆ ਕਿ ਇਹ ਬੱਚਾ ਜਿਹੜਾ ਹੈ ਸਾਡਾ ਟੈਸਟ ਕਲੀਅਰ ਕਰ ਸਕਦਾ, ਅਸੀਂ ਇਹਨੂੰ ਚੈੱਕ ਕਰਨਾ ਹੈ ਵੀ ਇਹ ਕਿੱਥੇ ਸਟੈਂਡ ਕਰਦੀ ਹੈ, ਬਹੁਤ ਅੱਛਾ ਬੋਲਦੀ ਹੈ ਬੇਟੀ ਤੁਹਾਡੀ। ਤਾਂ ਜਦੋਂ ਇਹਦਾ ਟੈਸਟ ਲਿਆ ਤੇ ਇਹਨੇ ਉਹ ਸਰ ਕਲੀਅਰ ਕਰ ਲਿਆ ਵਿਦਆਊਟ ਐਨੀ ਪ੍ਰੈਪਰੇਸ਼ਨ। ਤਾਂ ਉਹਨਾਂ ਨੇ ਕਿਹਾ ਕਿ ਮੈਂ ਇਸ ਬੱਚੇ ਨੂੰ ਜਿਹੜਾ ਹੈ ਇੱਥੋਂ ਨਹੀਂ ਜਾਣ ਦੇਣਾ, ਬਟ ਫੀਸ ਦੀ ਕੋਈ ਗੱਲ ਨਹੀਂ ਹੋਈ, ਰੱਬ ਦਾ ਦਿੱਤਾ ਬਹੁਤ ਕੁਝ ਹੈ, ਪਰ ਉਹਨਾਂ ਨੇ ਇਹ ਕਹਿਤਾ ਕਿ ਮੈਂ ਅਗਮ ਨੂੰ ਜਿਹੜਾ ਹੈ ਕਿਸੇ ਹੋਰ ਸਕੂਲ ਦੇ ਵਿੱਚ ਨਹੀਂ ਜਾਣ ਦੇਣਾ। ਅਗਰ ਅਗਮ ਮੋਹਾਲੀ ਆਂਦੀ ਹੈ ਤਾਂ ਉਹ ਮੇਰੇ ਸਕੂਲ ਦੇ ਵਿੱਚ ਹੀ ਜਿਹੜਾ ਹੈ ਇਹਦੀ ਸਟੱਡੀ ਚੱਲੇਗੀ, ਅਦਰਵਾਈਜ਼ ਮੈਂ ਕਿਤੇ ਹੋਰ ਇਸ ਬੱਚੇ ਨੂੰ ਨਹੀਂ ਜਾਣ ਦੇਣਾ। ਕਿਉਂਕਿ ਇਹਦੀ ਰਿਕੁਆਇਰਮੈਂਟ ਤੁਹਾਨੂੰ ਲੱਗਦੀਆਂ ਸੀ ਕਿ ਇਸ ਬੱਚੇ ਲਈ ਹੋਣੀਆਂ, ਤੁਹਾਨੂੰ ਲੱਗਦਾ ਸੀ ਕਿ ਚੀਜ਼ਾਂ ਰਿਕੁਆਇਰਡ ਆ ਇੱਥੇ ਇਹਦੀ ਨੌਲੇਜ ਦੇ ਲਈ, ਸਿੱਖਣ ਦੇ ਲਈ, ਇੱਥੇ ਹੁਣ ਪੂਰੀਆਂ ਹੋ ਰਹੀਆਂ? ਹਾਂਜੀ ਬਿਲਕੁਲ ਸਰ। ਦੇਖੋ ਅਬੋਹਰ ਨੂੰ ਆਪਾਂ ਛੋਟਾ ਵੀ ਨਹੀਂ ਕਹਿ ਸਕਦੇ, ਬਟ ਮੋਹਾਲੀ ਦੇ ਅਕੋਰਡਿੰਗ ਉਹ ਛੋਟਾ ਸ਼ਹਿਰ ਹੈ, ਠੀਕ ਹੈ ਨਾ। ਕਿਸੇ ਆਪਾਂ ਕੈਲੀਫੋਰਨੀਆ ਵੀ ਕਹਿੰਦੇ ਸੀਗੇ ਅਬੋਹਰ ਨੂੰ, ਹੁਣ ਵੀ ਹੈ। ਚਲੋ ਥੋੜਾ ਬਹੁਤ ਨਾਮ ਜਿਹੜਾ ਹੈ ਸ਼ਹਿਰਾਂ ਦਾ ਹੁੰਦਾ ਹੀ ਰਹਿੰਦਾ ਹੈ, ਅਪ ਡਾਊਨ ਚੱਲਦੇ ਰਹਿੰਦੇ ਨੇ, ਬਟ ਇੱਕ ਵੱਡੇ ਸ਼ਹਿਰ ਦੇ ਵਿੱਚ ਆ ਕੇ ਬਹੁਤ ਚੀਜ਼ਾਂ ਦਾ, ਸੁਸਾਇਟੀ ਦਾ ਬਹੁਤ ਫਰਕ ਪੈਂਦਾ, ਲੋਕੈਲਿਟੀ ਦਾ ਫਰਕ ਪੈਂਦਾ, ਸਟੱਡੀ ਮਟੀਰੀਅਲਸ ਜਿਹੜੇ ਨੇ ਉਹ ਵੀ ਆਪਾਂ ਨੂੰ ਸਕੂਲ ਅੱਛੇ ਮਿਲ ਜਾਂਦੇ ਨੇ। ਸੋ ਇੱਥੇ ਆ ਕੇ ਸਾਨੂੰ ਜਿਹੜਾ ਹੈ ਬਹੁਤ ਵਧੀਆ ਲੱਗਿਆ, ਔਰ ਇਹਦੇ ਸਕੂਲ ਜਿਹੜਾ ਹੈ ਵਾਕਈ ਬਹੁਤ ਵਧੀਆ, ਸਟੱਡੀ ਆਨਲਾਈਨ ਚੱਲ ਰਹੀ ਹੈ ਬਟ ਵਧੀਆ ਚੱਲ ਰਹੀ ਹੈ। ਸੋ ਅਗਮ ਦੇ ਦਾਦੀ ਜੀ ਵੀ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਬੱਚੀ ਬਹੁਤ ਟੈਲੈਂਟਡ ਹੈ ਜੀ, ਕਿਵੇਂ ਲੱਗਦਾ ਫਿਰ ਤੁਹਾਨੂੰ? ਬਹੁਤ ਪ੍ਰਾਊਡ ਫੀਲ ਕਰਦੀ ਹਾਂ ਜੀ ਮੈਂ। ਤੁਸੀਂ ਕੀ ਕੀਤਾ ਹੋਇਆ ਮੈਮ? ਮੈਂ ਇੰਗਲਿਸ਼ ਦੀ MA, ਪੋਲ ਸਾਇੰਸ ਦੀ MA ਐਂਡ ਐਸਟਰੋ ਦੀ PhD ਕੀਤੀ ਹੈ ਜੀ, ਐਸਟਰੋ ਸਾਇੰਸ ਦੀ PhD। ਸੋ ਇਹ ਤੁਹਾਡਾ ਪ੍ਰਭਾਵ ਹੈ ਕਿ ਬੱਚੀ
ਇਸ ਪਾਸੇ ਚੱਲੀ ਇੰਗਲਿਸ਼ ਦੀ ਐਮਏ ਤਾਂ ਤੁਸੀਂ ਵੀ ਕੀਤੀ ਹੋਈ ਹੈ। ਹਾਂਜੀ, ਇਹ ਛੋਟੇ ਹੁੰਦੇ ਬਹੁਤ ਕੁਝ, ਜਦੋਂ 1.5-2 ਸਾਲ ਦੀ ਹੋਈ, ਇਹ ਮੈਨੂੰ ਕੋਲ ਬਹੁਤ ਕੁਝ ਪੁੱਛਦੀ ਸੀ, ਛੋਟੇ ਛੋਟੇ ਬਹੁਤ ਸਵਾਲ ਕਰਦੀ ਸੀ, ਜਿਹੜਾ ਕੁਝ ਇਹਨੂੰ ਨਹੀਂ ਪਤਾ ਹੁੰਦਾ ਸੀਗਾ। ਮੈਂ ਇਹਨੂੰ ਕਹਿੰਦੀ ਸੀ ਜੋ ਕੁਝ ਮਰਜ਼ੀ ਪੁੱਛ, ਮੈਂ ਤੈਨੂੰ ਸਭ ਕੁਝ ਦੱਸ ਦੂੰ, ਹਰੇਕ ਚੀਜ਼ ਦਾ ਜਵਾਬ ਦੇਵਾਂਗੀ ਤੈਨੂੰ ਮੈਂ। ਸੋ ਅਗਮ, ਕਿੰਨਾ ਪਿਆਰ ਹੈ ਦਾਦੀ ਨਾਲ? ਬਹੁਤ ਮਤਲਬ ਸ਼ਬਦ ਜਦੋਂ ਮਤਲਬ ਦੇਖੋ ਸਭ ਤੋਂ ਜ਼ਿਆਦਾ ਮੇਰੀ ਜਿਹੜੀ ਅਟੈਚਮੈਂਟ ਉਹ ਮੇਰੇ ਦਾਮਾ ਜੀ ਨਾਲ ਹੈ। ਮੈਂ ਹਰ ਗੱਲ ਇਹਨਾਂ ਨਾਲ ਸ਼ੇਅਰ ਕਰਦੀ ਹਾਂ। ਸੋ ਸਿੱਖਣ ਨੂੰ ਦਾਦੀ ਜੀ ਕੋਲੋਂ ਬਹੁਤ ਕੁਝ ਮਿਲਿਆ ਹੈ। ਹਾਂਜੀ। ਸੋ ਬਹੁਤ ਮੋਟੀਵੇਸ਼ਨਲ ਜਿਹੜੀ ਹੈਗੀ ਆ ਇਹ ਇੱਕ ਕਹਾਣੀ ਹੈ। ਮਾਪੇ ਪੜ੍ਹੇ ਲਿਖੇ ਸੀ ਤਾਂ ਉਹਨਾਂ ਦੇ ਜਿਹੜੇ ਗੁਣ ਹੁੰਦੇ ਆ ਉਹ ਸੁਭਾਵਿਕ ਹੈ ਬੱਚਿਆਂ ਦੇ ਵਿੱਚ ਆਣੇ, ਪਰ ਅਗਮ ਦੀ ਬਹੁਤ ਮਿਹਨਤ ਹੈ ਇਹਦੇ ਵਿੱਚ ਕਿ ਇਹਨਾਂ ਨੇ ਮਿਹਨਤ ਕਰਕੇ ਕਮਾਂਡ ਬਣਾਈ ਹੈ ਲੈਂਗੁਏਜ ਦੇ ਉੱਤੇ। ਪਰ ਖੁਸ਼ੀ ਦੀ ਗੱਲ ਨਾਲ ਨਾਲ ਇਹ ਵੀ ਹੈ ਕਿ ਮਾਂ ਬੋਲੀ ਨੂੰ ਵੀ ਉਨਾ ਹੀ ਇਹ ਪਿਆਰ ਕਰਦੇ ਆ। ਜਿੱਥੇ ਅਮਰੀਕਨ ਐਕਸੈਂਟ ਜਾਂ ਬ੍ਰਿਟਿਸ਼ ਐਕਸੈਂਟ, ਇਹਨਾਂ ਨੇ ਦੱਸਿਆ ਕਿ ਅਮਰੀਕਨ ਐਕਸੈਂਟ ਇਹਨਾਂ ਦਾ ਫੇਵਰਟ ਐਕਸੈਂਟ ਆ, ਤਾਂ ਉਸ ਦੇ ਨਾਲ ਨਾਲ ਜਿਹੜੀ ਹੈਗੀ ਹੈ ਘਰ ਦੇ ਵਿੱਚ ਮਾਹੌਲ ਪੰਜਾਬੀ ਬੋਲਣ ਦਾ ਹੈਗਾ, ਸਾਰੇ ਪੰਜਾਬੀ ਬੋਲਦੇ ਨੇ। ਜੜ੍ਹਾਂ ਜਿੱਥੇ ਪੰਜਾਬ ਵਿੱਚ ਨੇ ਤਾਂ ਹੱਥ ਇਹਨਾਂ ਨੇ ਇੰਟਰਨੈਸ਼ਨਲ ਜਿਹੜੀ ਹੈਗੀਆਂ ਲੈਂਗੁਏਜਸ ਨੂੰ ਲਾਇਆ। ਉਮੀਦ ਕਰਦੇ ਹਾਂ ਇਹ ਬੱਚੀ ਇਸੇ ਤਰ੍ਹਾਂ ਮਿਹਨਤ ਕਰਕੇ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਤੇ ਦੇਸ਼ ਦਾ ਨਾਂ ਰੋਸ਼ਨ ਕਰੇ। ਨਿਰਪੈ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ।